दुनिया के इस बाजार में इंसान बिक गया, कीमत मिली अच्छी तो खुद भगवान बिक गया। क्या बात है। दौलत को पाने के लिए ज़मीर बिक गई, शोहरत को पाने के लिए ईमान बिक। ਸਦੀਕ ਸਾਹਿਬ ਤੁਹਾਨੂੰ ਕਿਵੇਂ ਲੱਭਦੇ ਆਏ ਪਹਿਲਾਂ ਇਹ ਕਹਾਣੀ ਦੱਸੋ। ਮੇਲ ਕਿਵੇਂ ਹੋਇਆ ਤੁਹਾਡਾ? ਅਸਲ 'ਚ ਸਭ ਤੋਂ ਪਹਿਲਾਂ ਤਾਂ ਸਦੀਕ ਸਾਹਿਬ ਨੂੰ ਮੈਂ ਸੁਣਿਆ, ਮੇਰੇ ਦਿਮਾਗ ਤੇ ਅਸਰ ਕੀਤਾ ਉਹਨਾਂ ਨੇ ਤੇ ਮੈਨੂੰ ਐ ਆਪਣੇ ਆਪ ਨੂੰ ਸੀਗਾ ਵੀ ਦੁਗਾਣੇ ਮੇਰੇ ਪ੍ਰਭਾਵ ਹੋਣਗੇ, ਪਰ ਮੇਲ ਚਾਹੁੰਦਾ ਸੀ। ਜਦੋਂ ਮੈਂ ਸੁਣਾਏ ਫਿਰ ਸਾਰੇ ਗੀਤ ਪ੍ਰਵਾਨ ਕਰ ਲਏ। ਮੁਹੰਮਦ ਸਦੀਕ ਕਿਹੋ ਜਿਹੇ ਇਨਸਾਨ? ਹੁਣ ਇੱਕ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਵੋਟਾਂ ਪਾਈਆਂ, ਹਾਂਜੀ ਹਾਂਜੀ, ਇੱਕ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਸੁਣਿਆ। ਉਹ ਜਿਹੜੀ ਗੱਲ ਕਰ ਲੈਂਦੇ ਸੀ ਉਹ ਨਿਭਾ ਦਿੰਦੇ ਸੀ। ਮੈਂ ਨਹੀਂ ਕਹਿੰਦਾ ਵੀ ਕੋਈ ਕੁਛ ਕਹਿੰਦਾ ਹੋਵੇ, ਲੇਕਿਨ ਮੈਨੂੰ ਉਹਨਾਂ ਨੇ ਮੌਕੇ ਤੇ ਮਦਦ ਕੀਤੀ। ਅੱਜ ਕੱਲ ਜਿਹੋ ਜਿਹੇ ਗੀਤਾਂ ਦਾ ਦੌਰ ਚੱਲ ਰਿਹਾ, ਅੱਜ ਕੱਲ ਜਿਹੋ ਜਿਹੇ ਗਾਣੇ ਚੱਲ ਰਹੇ ਨੇ ਜਿਹੜੇ ਕਿ ਨੌਜਵਾਨ ਨੂੰ ਲੀਹੋ ਲਾ ਰਹੇ ਨੇ, ਉਹਦੇ ਲਈ ਅਕਸਰ ਗਾਇਕ ਜਿਹੜੇ ਨੇ ਉਹ ਗੀਤਕਾਰਾਂ ਦੇ ਸਿਰ ਤੇ ਦੋਸ਼ ਮੜਦੇ ਨੇ ਵੀ ਗੀਤਕਾਰ ਇਹੋ ਜਿਹੇ ਲਿਖਦੇ ਨੇ ਤਾਂ ਸਾਨੂੰ ਗਾਉਣੇ ਪੈਂਦੇ ਨੇ, ਤੇ ਜਿਹੜੇ ਗੀਤਕਾਰ ਨੇ ਉਹ ਗਾਇਕਾਂ ਦੇ ਸਿਰ ਤੇ ਦੋਸ਼ ਮੜਦੇ ਨੇ ਵੀ ਗਾਇਕ ਮੰਗ ਇਹੋ ਜਿਹੇ ਗੀਤਾਂ ਦੀ ਕਰਦੇ ਨੇ ਇਸ ਲਈ ਇਹੋ ਜਿਹੇ ਲਿਖਦੇ ਆ। ਸੋ ਤੁਸੀਂ ਕਿਹਨੂੰ ਕਸੂਰਵਾਰ ਮੰਨਦੇ ਹੋ? ਮੈਂ ਸਰੋਤਿਆਂ ਨੂੰ ਕਹਿਣਾ ਜ਼ਿੰਮੇਵਾਰੀ ਤੋਂ ਭੱਜ ਰਹੀ। ਪੰਜਾਬ ਦੀ ਲੋਕ ਗਾਇਕੀ ਨੂੰ ਜੇ ਅਸੀਂ ਮੁੱਖ ਰੱਖ ਕੇ ਗੀਤ ਲਿਖਦੇ ਹਾਂ ਤਾਂ ਉਹੀ ਗੀਤ ਚੱਲਦੇ ਆ। ਜੇ ਤੁਸੀਂ ਆਪਦੀਆਂ ਜ਼ਿਆਦਾ ਵਿੱਚ ਮੱਤਾਂ ਭਰਦੇ ਹੋ ਨਾ, ਉਹ ਕਹਿਣਗੇ ਛੱਡ ਯਾਰ। ਮੈਂ ਤਾਂ ਹੁਣ ਵੀ ਸਾਰਾ ਪੰਜਾਬ ਲਿਖਣ ਕਰਨੀ ਹੋਈ ਪਿਆ ਜੀ। ਸਾਡਾ ਜਿਹੜਾ ਪੰਜਾਬ ਹੈ ਉਹਦੇ ਤਾਂ ਥਾਂ ਥਾਂ ਤੇ ਗੀਤ ਹੈ। सपनों में इतनी खो गई मैं, जे सोच के पागल हो गई मैं, कोई मेहरबान घर आएगा, मेरा गोश्त अब बिक जाएगा, बच्चों को भूख सताने लगी, मैं लोरी से परचाने लगी, हम तड़प तड़प कर रो रहे थे, भगवान स्वर्ग में सो रहे थे। ना चावल का एक दाना था, ना घर में नमक था एक डली, दीपक भी जला और मैं भी जली, दीपक भी जला और मैं भी ख्याल उड़ा रही है। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਕੀ ਹਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਹੋਰ ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ, ਬਸ ਟੱਲੀ ਵਾਂਗੂ ਟਣਕਦੇ ਆ ਹਾਲ ਦੀ ਘੜੀ। ਜੀ, ਹਾਲ ਦੀ ਘੜੀ ਤੋਂ ਭਾਵ ਮਿੰਟ ਦਾ ਪਤਾ ਨਹੀਂਗਾ, ਬੰਦੇ ਦਾ ਅੱਖ ਦੇ ਝਪਕੇ ਦਾ ਨਹੀਂ ਪਤਾ ਜੀ, ਅਗਲੀ ਅੱਖ ਝਪਕਣੀ ਹੈ ਕਿ ਨਹੀਂ ਕੋਈ ਪਤਾ ਨਹੀਂਗਾ। ਹਾਂ ਬਿਲਕੁਲ, ਇਸ ਕਰਕੇ ਜਿੰਨਾ ਚਿਰ ਹਾਂ ਠੀਕ ਆ। ਬਿਲਕੁਲ ਸਹੀ। ਤੇ ਟੈਣਾ ਸਾਹਿਬ, ਸਿਆਣੇ ਹਮੇਸ਼ਾ ਕਹਿੰਦੇ ਹੁੰਦੇ ਆ ਨਵਾਂ 9 ਦਿਨ ਤੇ ਪੁਰਾਣਾ 100 ਦਿਨ। ਹਾਂ, ਬੰਦੇ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਜ਼ਰੂਰ ਹਮੇਸ਼ਾ ਨਾ ਬਣਾਉਂਦੇ ਨੇ। ਕੰਮ ਬੋਲਦੇ ਕੰਮ। ਬਿਲਕੁਲ ਸਹੀ ਗੱਲ ਹੈ ਨਾ। ਇਹ ਜਿਹੜਾ ਕੰਮ ਹੈ ਇਹੀ ਤੁਹਾਡਾ ਨਾਂ ਬਣਾਉਂਦਾ ਹੈ, ਤੇ ਕਈ ਵਾਰੀ ਨਾਂ ਜਿਹੜਾ ਹੈ ਉਹ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਬੰਦਾ ਨਾ ਉਸ ਨਾਂ ਨੂੰ ਚਾਹ ਕੇ ਵੀ ਭੁਲਾ ਨਹੀਂ ਪਾਉਂਦਾ। ਬਿਲਕੁਲ ਸਹੀ। ਤੇ ਜਦੋਂ ਗੱਲ ਆਉਂਦੀ ਹੈ ਗੀਤਕਾਰਾਂ ਦੀ ਤਾਂ ਉਹਨਾਂ ਦੇ ਗਾਣੇ ਉਹਨਾਂ ਦੇ ਲਈ ਇੱਕ ਕਹਿ ਲਓ ਅਮਿੱਟ ਪਛਾਣ ਬਣਾ ਕੇ ਜਾਂਦੇ ਨੇ। ਸੋ ਅੱਜ ਵੀ ਸਾਡੇ ਵਿਹੜੇ ਦੇ ਵਿੱਚ ਇੱਕ ਬਹੁਤ ਖੂਬ ਮਹਿਮਾਨ ਆਏ ਨੇ। ਬਿਲਕੁਲ, ਤੇ ਉਹ ਅਸਲ ਦੇ ਵਿੱਚ ਬੜੀ ਮਹਾਨ ਸ਼ਖਸੀਅਤ ਆ। ਕਿਉਂਕਿ ਦੇਖੋ ਗੱਲ ਇਹ ਆ ਵੀ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਅਸੀਂ ਛੋਟੇ ਵੱਡੇ ਪਰਦੇ ਦੇ ਉੱਤੇ ਦੇਖ ਲੈਂਦੇ ਆ ਜੀ। ਸਾਨੂੰ ਪਤਾ ਵੀ ਭਾਈ ਇਸ ਕਲਾਕਾਰ ਨੇ ਆਹ ਗਾਣਾ ਗਾਇਆ, ਇਸ ਕਲਾਕਾਰ ਨੇ ਆਹ ਗਾਣਾ ਗਾਇਆ। ਬਹੁਤੀ ਵਾਰ ਗੀਤਕਾਰ ਲੁਕੇ ਛਿਪੇ ਰਹਿ ਜਾਂਦੇ ਆ। ਨਵੇਂ ਪੂਰ ਦੇ ਜਿਹੜੇ ਗੀਤਕਾਰ ਆ ਉਹ ਤਾਂ ਚਲੋ ਆਪਣੇ ਸੋਸ਼ਲ ਮੀਡੀਆ ਤੇ ਆ ਜਾਂਦੇ ਆ, ਉਹ ਆਪ ਵੀ ਗਾਉਣ ਲੱਗ ਜਾਂਦੇ ਆ। ਉਹ ਆਪਦਾ ਪ੍ਰਚਾਰ ਪੋਸਟਰ ਬਣਾ ਕੇ ਆਪੇ ਕਰ ਲੈਂਦੇ ਕਿ ਗਾਣਾ ਮੇਰਾ ਲਿਖਿਆ ਹੋਇਆ ਹੈ, ਆਫਟਰ 2 ਡੇਜ਼ ਇਹ ਆ ਰਿਹਾ, ਆਫਟਰ 3 ਡੇਜ਼ ਇਹ ਆ ਰਿਹਾ। ਪਰ ਜਿਹੜੇ ਪੁਰਾਣੇ ਪੂਰ ਦੇ ਕਲਾਕਾਰ ਆ ਉਹ ਕਈ ਵਾਰ ਸਾਡੇ ਚੇਤੇ ਦੇ ਵਿੱਚੋਂ ਵਿਸਰ ਜਾਂਦੇ ਆ। ਜਨਕ ਸ਼ਰਮੀਲਾ ਦੇ ਨਾਂ ਤੋਂ ਭਾਵੇਂ ਕੋਈ ਘੱਟ ਵਾਕਫ ਹੋਵੇ ਨਵੇਂ ਪੂਰ ਦਾ ਜੀ, ਪਰ ਉਹਨਾਂ ਦੇ ਗੀਤਾਂ ਤੋਂ ਹਰ ਕੋਈ ਵਾਕਫ ਆ। ਹੁਣ ਮੁਹੰਮਦ ਸਦੀਕ ਹੋਰਾਂ ਦੇ ਵੱਲੋਂ ਜਿਹੜੇ ਗਾਏ ਗਏ ਗੀਤ ਆ ਵੀ ਪਿਛਲੇ ਪੈਰ ਨੂੰ ਚੰਦ ਚੜ ਜਾਂਦਾ, ਜਾਂ ਆਪਾਂ ਗੱਲ ਕਰੀਏ ਕਿੱਕਰਾਂ ਵੀ ਲੰਗੀ ਤੇ ਮੈਂ ਬੇਰੀਆਂ ਵੀ ਲੰਗੀ, ਇਹ ਗਾਣੇ ਜਿਹੜੇ ਜਿਹਨੇ ਲਿਖੇ ਆ ਉਹ ਜਨਕ ਸ਼ਰਮੀਲਾ ਜੀ। ਤੇ ਟੈਣਾ ਸਾਹਿਬ, ਪਿਛਲੇ ਪੈਰ ਨੂੰ ਨਹੀਂ ਚੰਦ ਚੜਦਾ ਹੁੰਦਾ, ਪਹਿਲੇ ਪੈਰ ਨੂੰ ਚੰਦ ਚੜਦਾ, ਪਿਛਲੇ ਪੈਰ ਨੂੰ ਤਾਰੇ। ਮੇਰੀ ਮਰਜ਼ੀ, ਮੇਰਾ ਧਰਤੀ ਤੇ ਕੋਈ ਯੋਗਦਾਨ ਨਹੀਂ। ਇੰਨਾ ਵੀ ਯੋਗਦਾਨ ਨਾ ਪਾਓ ਕਿ ਬੈਠੇ ਬਿਠਾਏ ਗਾਣਾ ਹੀ ਬਦਲਦਾ। ਮੇਰੀ ਕਲਾ। ਤੁਸੀਂ ਸਾਰੀ ਢੇੜੀ ਮੇਰੇ ਨੁਕਸ ਫੜਨ ਤੋਂ ਬੜਾ ਕੁਝ ਨਹੀਂ ਕਰਦੇ। ਦੇਖੋ ਕੋਈ ਗਲਤੀਆਂ ਸੁਧਾਰਨ ਵਾਲਾ ਵੀ ਚਾਹੀਦਾ। ਫਿਰ ਬਲਕਾਰ ਸਿੱਧੂ ਨੇ ਗੀਤ ਗਾਏ ਉਹਨਾਂ ਦੇ, ਹੱਥ ਜੋੜ ਪੰਜੇ ਪੀਰ ਮਨਾਵਾ, ਬਾਕਮਾਲ, ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਤੇ ਕੌਡੀਆਂ ਦੇ ਭਾਅ ਵਿਕ ਗਏ। ਹੋਰ ਬਹੁਤ ਸਾਰੇ ਗੀਤ ਜਨਕ ਸ਼ਰਮੀਲਾ ਦੀ ਕਲਮ ਦੇ ਵਿੱਚੋਂ ਉਕਰੇ ਹੋਏ, ਸਿਰਜੇ ਹੋਏ ਆ। ਅੱਜ ਅਸੀਂ ਗੱਲ ਕਰਾਂਗੇ ਬਠਿੰਡਿਓਂ ਚੱਲ ਕੇ ਆਏ ਜਨਕ ਸ਼ਰਮੀਲਾ ਹੋਰਾਂ ਦੇ ਨਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦਾ ਬੜਾ ਧੰਨਵਾਦੀ ਹਾਂ
ਜਿਨ੍ਹਾਂ ਨੇ ਸੰਸਾਰ ਭਰ ਦੇ ਦਰਸ਼ਕਾਂ ਦੇ ਮੈਨੂੰ ਰੂਬਰੂ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਮੈਂ ਕਾਮਰੇਡ ਜਨਕ ਸ਼ਰਮੀਲਾ ਆਖਾਂ? ਨਹੀਂ ਲਾਲ ਪੱਗ ਪੂਰੀ ਹਬਵੀ। ਹਾਂਜੀ ਹਾਂਜੀ, ਨਹੀਂ, ਮੈਂ ਕਿਸੇ ਵੀ ਵਿਚਾਰਧਾਰਾ ਨਾਲ ਨਹੀਂ ਜੁੜਿਆ, ਹਾਂ। ਮੈਂ ਸਿਰਫ ਗੀਤਕਾਰੀ ਨਾਲ ਜੁੜਿਆ ਹੋਇਆ। ਵਾਹ ਬਹੁਤ ਵਾਹ। ਖੂਬ। ਹਾਂਜੀ, ਤੇ ਪਹਿਲਾ ਹੀ ਸਵਾਲ ਇਹ ਆ ਵੀ ਸੰਗਦੇ ਬਹੁਤ ਸੀ ਨਿੱਕੇ ਹੁੰਦੇ ਜਿਹਦੇ ਕਰਕੇ ਸ਼ਰਮੀਲਾ ਬਣ ਗਏ ਹਾਂਜੀ। ਜਾਂ ਕੋਈ ਹੋਰ ਕਾਰਨ? ਅਸਲ ਦੇ ਵਿੱਚ ਜੀ ਉਦੋਂ ਸਾਰੇ ਹੀ ਸੰਗਦੇ ਸੀ, ਗਾਇਕ ਵੀ ਸੰਗਦੇ ਸੀ ਤੇ ਗੀਤਕਾਰ ਵੀ ਸੰਗਦੇ ਸੀ। ਕਈ ਤਾਂ ਸੰਗਦੇ ਮਾਰੇ ਜਿਹੜੇ ਗਾਇਕ ਸੀ ਨਵੇਂ ਉੱਭਰਦੇ ਮੁੰਡੇ, ਉਹ ਉਹਨਾਂ ਕੋਲੇ ਦਬਕੇ ਹੀ ਰਹੇਗੀ ਆਪਦੀ ਕਲਾ, ਉਹ ਘਰਦਿਆਂ ਨੇ ਉੱਠਣ ਹੀ ਨਹੀਂ ਦਿੱਤੇ। ਉਦੋਂ ਕਾਫੀ ਮਤਲਬ ਸੀਗੀ ਸੰਗ। ਤਾਂ ਅਸੀਂ ਤਾਂ ਖੈਰ ਸ਼ਰਮੀਲਾ ਦਾ ਨਾਮ ਵੱਖਰਾ ਲਿਖਿਆ ਆਪਦਾ। ਸਾਡੇ ਜਿਹੜੇ ਸੀਗੇ ਉਸਤਾਦ ਉਹਨਾਂ ਨੇ ਦੱਸਿਆ ਵੀ ਤਖੱਲਸ ਲੱਭੋ, ਲੇਕਿਨ ਸੰਗਦੇ ਜ਼ਰੂਰ ਸੀ। ਇਹ ਤੁਹਾਡੀ ਗੱਲ ਮੰਨਦੇ ਆ ਵੀ ਬਹੁਤ ਸਾਰੇ ਜਿਹੜੇ ਗਾਇਕ ਸੀਗੇ ਗੀਤਕਾਰ ਸੀ ਉਹ ਸਿਰਫ ਸੰਗ ਦੇ ਮਾਰੇ ਹੀ ਛੱਡ ਕੇ ਭੱਗ ਗਏ ਆਪਦੀ ਕਲਾ, ਜਿਹੜੇ ਕਿ ਬਹੁਤ ਸੋਹਣੇ ਖੂਬਸੂਰਤ ਲਿਖਦੇ ਸੀ। ਹਾਂਜੀ ਹਾਂਜੀ ਜੀ, ਤੇ ਉਹ ਸਿਰਫ ਸੁਭਾਅ ਦਾ ਕਰਕੇ ਤੁਹਾਡੇ ਗੁਰੂ ਜੀ ਨੇ ਇਹ ਨਾਂ ਜਿਹੜਾ ਤੁਹਾਨੂੰ ਦਿੱਤਾ ਹਾਂਜੀ, ਸ਼ਰਮੀਲਾ। ਹਾਂਜੀ, ਉਹ ਪ੍ਰਵਾਨ ਕਰਤਾ। ਜਦੋਂ ਮੈਂ ਲੱਭਿਆ ਵੀ ਆਹ ਰੱਖੋ, ਉਹ ਕਹਿੰਦੇ ਵੀ ਠੀਕ ਹੈ। ਉਹ ਪਿੰਗਲ ਸਿਖਾਉਂਦੇ ਹੁੰਦੇ ਸੀ, ਇਹ ਨਹੀਂ ਕਿ ਹੁਣ ਬਿਨਾਂ ਸਿੱਖੇ ਤੋਂ ਬਿਨਾਂ ਉਦੋਂ ਆਉਂਦਾ ਨਹੀਂ ਸੀ ਨਾ ਪੰਜਾਬੀ ਗਾਇਕੀ ਦੇ ਵਿੱਚ ਕੋਈ ਗਾਇਕ, ਨਾ ਗੀਤਕਾਰੀ 'ਚ। ਉਦੋਂ ਸਿੱਖ ਕੇ ਆਉਂਦਾ ਸੀ, ਕਿਉਂਕਿ ਉਦੋਂ ਕਿੱਸਿਆਂ ਦਾ ਤੇ ਇਹ ਜ਼ਿਆਦਾ ਉਹ ਸੀਗਾ ਰੁਝਾਨ। ਤੇ ਉਹਦੇ ਜਿਹੜੇ ਸੀਗੇ ਨਾ ਚੇਲੇ ਸ਼ਾਗਿਰਦ ਹੁੰਦੇ ਸੀ, ਉਹ ਬਕਾਇਦਾ ਤੌਰ ਤੇ ਸਿੱਖ ਕੇ ਆਉਂਦੇ ਸੀ। ਤੁਹਾਡੀ ਗੀਤਕਾਰੀ ਦੀ ਇੱਕ ਖੂਬਸੂਰਤੀ ਸਾਹਿਤਕਤਾ ਦੇ ਨਾਲ ਜੁੜੀ ਤਾਂ ਹੈਗੀ ਆ ਵੀ ਤੁਸੀਂ ਸਾਹਿਤਕ ਗੀਤਾਂ ਦੇ ਰਚੇਤਾ, ਤੁਸੀਂ ਕਾਫੀਆ ਬੜਾ ਸੋਹਣਾ ਮਿਲਾਉਂਦੇ ਆ। ਹਾਂਜੀ ਹਾਂਜੀ, ਇਹਦੇ ਵਰਗਾ ਮੇਰਾ ਖਿਆਲ ਆ ਵੀ ਬਹੁਤ ਘੱਟ ਹੋਊਗਾ ਕੋਈ ਉਦਾਹਰਣੀ ਰੂਪ। ਇਹ ਫਿਰ ਕਿੱਥੋਂ ਕਲਾ ਸਿੱਖ ਲਈ? ਇਹ ਉਮਰ ਦੇ ਤਕਾਜ਼ੇ ਨਾਲ ਆਈ ਜਾਂ ਪੂਰਾ ਸਿੱਖ ਕੇ ਮੰਝ ਕੇ ਹੀ ਆਏ? ਜਿਹੜੀ ਕਾਫੀਆ ਮਿਲਾਉਣਾ ਨਾ ਜੀ, ਹਾਂ। ਇਹ ਪਿੰਗਲ ਦੇ ਨਾਲ ਹੀ ਸੰਬੰਧਿਤ ਹੈ ਇਹ ਚੀਜ਼, ਕਿਉਂਕਿ ਉਸਤਾਦ ਬੜੇ ਤੰਗ ਕਰਦੇ ਸੀ ਉਹਨੂੰ ਜੇ ਆਪਾਂ ਨਹੀਂ ਚੀਜ਼ੇ ਮਿਲਦੇ ਸੀ। ਲਘੂ ਗੁਰੂ ਮਿਲਾਉਣੇ, ਉਹਦੀ ਪਹਿਲਾਂ ਕਹਾਣੀ ਨੂੰ ਦੇਖਣਾ ਵੀ ਹੈ ਮੰਗ ਗੀਤ ਕੀ ਮੰਗ ਕਰ ਰਿਹਾ। ਤਾਂ ਉਦੋਂ ਫਿਰ ਇਹ ਕਾਫੀਏ ਦੇ ਉੱਤੇ ਜੋ ਜ਼ਿਆਦਾ ਇਹ ਜ਼ੋਰ ਲਾਉਂਦੇ ਸੀ ਵੀ ਕੰਮ ਤੁਸੀਂ ਕਿਵੇਂ ਕਰਦੇ ਹੋ ਜੀ, ਉਹਨੂੰ ਪ੍ਰਵਾਨ ਹੀ ਨਹੀਂ ਕਰਦੇ ਸੀ। ਜਦੋਂ ਬਿਨਾਂ ਉਸ ਤੋਂ ਆਪਾਂ ਲਿਖਤ ਤੋਂ ਆਉਣੇ ਨਾ ਅੱਗੇ, ਉਹ ਕਹਿੰਦੇ ਵੀ ਇਹ ਸਾਡੇ ਪ੍ਰਵਾਨੇ ਤੋਂ ਦੁਬਾਰੇ ਲਿਖੋ ਇਸ ਗੀਤ ਨੂੰ। ਉਹ ਫਿਰ ਜਦੋਂ ਇਹ ਚੀਜ਼ਾਂ ਨੂੰ ਅਸੀਂ ਵੱਖਰੇ ਵੱਖਰੇ ਤੌਰ ਤੇ ਉੱਤੇ ਕਈ ਵਾਰੀ ਲਿਖ ਕੇ ਲਿਜਾਣਾ ਤਾਂ ਸਾਨੂੰ ਬੜਾ ਮਤਲਬ ਖੂਬਸੂਰਤ ਲੱਗਦਾ ਸੀ। ਦੂਸਰੇ ਨੰਬਰ ਤੇ ਮੈਂ ਸਾਹਿਤ ਸਭਾਵਾਂ ਦੇ ਵਿੱਚ ਪਹਿਲਾਂ ਜਿਹੜੇ ਸੀਗੇ ਗੀਤ, ਉਹ ਸਾਹਿਤਕ ਗੀਤ ਲਿਖੇ ਬਹੁਤ ਸਾਰੇ ਜੀ, ਉੱਥੇ ਵੀ ਆਲੋਚਨਾ ਹੁੰਦੀ ਸੀ। ਤਾਂ ਮੈਂ ਜਦੋਂ ਇਹ ਲੋਕ ਗਾਇਕੀ ਵੱਲ ਆਇਆ, ਬਹੁਤ ਸਾਰੇ ਜਿਹੜੇ ਸੀਗੇ ਗਾਇਕ ਉਹ ਜਦੋਂ ਪ੍ਰੋਗਰਾਮ ਲਾਉਂਦੇ ਸੀ ਉਦੋਂ ਖੁੱਲ੍ਹੇ ਥਾਵਾਂ 'ਤੇ ਅਖਾੜੇ ਲੱਗਦੇ ਸੀ। ਢਾਡੀ ਹੁੰਦੇ ਸੀ, ਨਕਲੀਏ ਹੁੰਦੇ ਸੀ, ਕਵੀਸ਼ਰ ਹੁੰਦੇ ਸੀ। ਉਸ ਤੋਂ ਬਾਅਦ ਦੋ ਗਾਣਿਆਂ ਵਾਲੀ ਗਾਇਕੀ ਆਈ ਜਦੋਂ ਜਗਤ ਸਿੰਘ ਜੱਗਾ ਤੇ ਨਰਿੰਦਰ ਬੀਬਾ ਹੁੰਦੇ ਜੀ ਸੀ। ਜੀ ਜੀ, ਉਸ ਤੋਂ ਪਹਿਲਾਂ ਚਾਂਦੀ ਰਾਮ ਤੇ ਸ਼ਾਂਤੀ ਦੇਵੀ ਹੁੰਦੇ ਸੀ। ਤਾਂ ਉਹ ਫਿਰ ਮੈਨੂੰ ਇਧਰ ਨਾ ਸੱਚੀ ਗੱਲ ਹੈ ਮੈਨੂੰ ਖਿੱਚ ਕੇ ਲੈ ਗਈ। ਪਹਿਲੀ ਵਾਰੀ ਸਦੀਕ ਸਾਹਿਬ ਆਏ, ਰਣਜੀਤ ਕੌਰ ਆਏ, ਉਹਨਾਂ ਦੇ ਪ੍ਰੋਗਰਾਮ ਬੜੇ ਖੂਬਸੂਰਤ ਦਿੱਤੇ। ਤਾਂ ਫਿਰ ਸਾਨੂੰ ਇੱਕ ਤਰ੍ਹਾਂ ਦਾ ਮਨ ਨੂੰ ਇਹ ਹੋਇਆ ਵੀ ਯਾਰ ਇਹ ਦੁਗਾਣੇ ਲਿਖੀਏ। ਤੇ ਸਾਡੇ ਉਹ ਕਾਫੀ ਤੇ ਉਹ ਸਾਰਾ ਕੁਝ ਉਹ ਸੀਗਾ। ਅਸੀਂ ਉਦੋਂ ਵੀ ਲਿਖਦੇ ਸੀਗੇ ਮੈਗਜ਼ੀਨਾਂ ਦੇ ਵਿੱਚ। ਉਦੋਂ ਜਨ ਸਾਹਿਤ, ਜਾਗਰਤੀ, ਤਸਵੀਰ ਤੇ ਸਾਧੂ ਸਿੰਘ ਹਮਦਰਦ ਜੀ ਦਾ ਬਹੁਤ ਤਸਵੀਰ ਸਾਲਾਂ ਨਿਕਲਦਾ ਸੀ। ਉਹ ਗਜ਼ਲ ਤੇ ਕੰਮ ਕਰਦੇ ਸੀ ਜੀ, ਉਹ ਗਾਈਡ ਕਰਦੇ ਸੀ ਹਰੇਕ ਰਾਈਟਰ ਨੂੰ। ਤੇ ਪਹਿਲਾ ਗੀਤ ਕਿਹੜੀ ਉਮਰ ਦੇ ਵਿੱਚ ਲਿਖਿਆ ਤੇ ਉਹਦੇ ਬੋਲ ਕੀ ਸੀ? ਪਹਿਲਾ ਗੀਤ ਜਿਵੇਂ ਕਿ ਲਿਖਿਆ ਮਤਲਬ ਉਦੋਂ ਸੁਰਿੰਦਰ ਸ਼ਿੰਦੀ ਸੀ ਮੁੰਡਾ ਲੋਕ ਸੰਪਰਕ ਦੇ। ਸੁਰਿੰਦਰ ਛਿੰਦੀ? ਹਾਂਜੀ, ਮਾਨਸਾ ਤੋਂ ਸੀ ਮੁੰਡਾ, ਉਹ ਬਹੁਤ ਸੋਹਣਾ ਗਾਉਂਦਾ ਸੀ। ਉਹ ਮੈਂ ਲੋਕ ਗਾਥਾ ਪੂਰਨ ਭਗਤ ਲਿਖੀ ਤੇ ਉਹ ਰੇਡੀਓ ਸਟੇਸ਼ਨ ਤੇ ਆਈ ਜੀ, ਤੇ ਰੇਡੀਓ ਸਟੇਸ਼ਨ ਤੇ ਪਹਿਲਾਂ ਦੱਸ ਦਿੰਦੇ ਸੀ ਵੀ ਇੰਨੇ ਵਜੇ ਉਹ ਇੱਕ ਵਾਰੀ ਆਉਂਦੀ ਸੀ, ਫਿਰ ਰਹਿ ਗਈ ਤਾਂ ਰਹਿ ਗਈ। ਤਾਂ ਫਿਰ ਸਾਨੂੰ ਉਹਦੇ ਤੇ ਜਦੋਂ ਆਈ ਮੈਂ ਲਿਖ ਕੇ ਸੀ ਤਾਂ ਉਹਨਾਂ ਨੇ ਗਾਈ ਤਾਂ ਮੇਰਾ ਹੋਰ ਵੀ ਹੌਸਲਾ ਹੋ ਗਿਆ। ਤੇ ਫਿਰ ਜਿਹੜਾ ਹੌਸਲਾ ਤਾਂ ਵੱਧ ਗਿਆ, ਹਾਂਜੀ। ਪਰ ਜਿਹੜਾ ਕਮਰਸ਼ੀਅਲ ਵਪਾਰਕ ਖੇਤਰ ਦੇ ਵੱਲ ਫਿਰ ਤੁਸੀਂ ਪੈਰ ਪੱਟਿਆ। ਹਾਂਜੀ ਜਦੋਂ ਆਪਾਂ ਚਾਹ ਪੀਂਦੇ ਸੀ ਤੁਸੀਂ ਦੱਸਿਆ ਵੀ ਭਾਈ ਮੈਨੂੰ ਸਾਰੇ ਹੀ ਗੀਤਾਂ ਦੇ ਪੈਸੇ ਮਿਲੇ ਆ। ਹਾਂਜੀ ਹਾਂਜੀ ਤੇ ਮੇਰੇ ਲਈ ਬੜੀ ਅਚੰਭੇ ਵਾਲੀ ਗੱਲ ਸੀ, ਹੈ ਸਾਰਿਆਂ ਦੇ ਹੀ ਮਿਲੇ ਆ? ਹਾਂਜੀ ਹਾਂਜੀ ਕਿਸੇ ਦੇ ਮਿਲੇ ਵਾ ਤਾਂ ਬਹੁਤ ਵਾਰੀ ਸੁਣਿਆ, ਹਾਂਜੀ। ਜਾਂ ਮਿਲੇ ਹੀ ਨਹੀਂ ਮੈਂ ਬਹੁਤ ਵਾਰੀ ਸੁਣਿਆ। ਹਾਂਜੀ। ਪਰ ਬੜੀ ਚੰਗੀ ਗੱਲ ਹੈ ਤੁਹਾਨੂੰ ਸਾਰੇ ਗੀਤਾਂ ਦੇ ਪੈਸੇ ਮਿਲੇ ਆ। ਵਪਾਰਕ ਗਾਇਕੀ ਦੇ ਵੱਲ ਪੈਰ ਪੱਟਿਆ, ਗੀਤਕਾਰੀ ਵੱਲ ਪੈਰ ਪੱਟਿਆ। ਇਹ ਫਿਰ ਤੁਹਾਨੂੰ ਕਿਵੇਂ ਚੇਟਕ ਲੱਗੀ ਵੀ ਤੁਸੀਂ ਪੱਕੇ ਤੌਰ ਦੇ ਉੱਤੇ ਇਹਨੂੰ ਕਿੱਤਾ ਹੀ ਬਣਾ ਲਓ? ਅਸਲ 'ਚ ਜੀ ਮੈਂ ਸਭ ਤੋਂ ਪਹਿਲਾਂ ਨਾ ਜਦੋਂ ਸਦੀਕ ਸਾਹਿਬ ਆਏ ਤਾਂ ਮੇਰੇ ਗੀਤ ਸਦੀਕ ਸਾਹਿਬ ਤੁਹਾਨੂੰ ਕਿਵੇਂ ਲੱਭਦੇ ਆਏ, ਪਹਿਲਾਂ ਇਹ ਕਹਾਣੀ ਦੱਸੋ। ਮੇਲ ਕਿਵੇਂ ਹੋਇਆ ਤੁਹਾਡਾ? ਮੈਂ ਜਦੋਂ ਅਸਲ 'ਚ ਸਭ ਤੋਂ ਪਹਿਲਾਂ ਤਾਂ ਸਦੀਕ ਸਾਹਿਬ ਨੂੰ ਮੈਂ ਸੁਣਿਆ, ਮੇਰੇ ਦਿਮਾਗ ਤੇ ਅਸਰ ਕੀਤਾ ਉਹਨਾਂ ਨੇ। ਜੀ, ਅਖਾੜਿਆਂ ਦੇ ਵਿੱਚ ਬਹੁਤ ਸੋਹਣੇ ਪ੍ਰੋਗਰਾਮ ਦਿੱਤੇ। ਉਦੋਂ ਬਾਬੂ ਸਿੰਘ ਮਾਨ ਦੇ ਗੀਤ ਉਹਨੂੰ ਗਾਉਂਦੇ ਸੀ। ਫਿਰ ਮੇਰਾ ਵੀ ਦਿਲ ਕੀਤਾ ਵੀ ਦੁਗਾਣੇ ਲਿਖੀਏ
ਤੇ ਮੈਨੂੰ ਐ ਆਪਣੇ ਆਪ ਨੂੰ ਸੀਗਾ ਵੀ ਦੁਗਾਣੇ ਮੇਰੇ ਪਰਿਵਾਰ ਜੀ। ਹੋਣਗੇ, ਪਰ ਮੇਲ ਚਾਹੁੰਦਾ ਸੀ। ਇੱਕ ਦਿਨ ਮੈਂ ਇੱਥੋਂ ਜਾਂਦਾ ਸੀ ਚੰਡੀਗੜ੍ਹ ਦਫ਼ਤਰੀ ਕੰਮ, ਤੇ ਉਹ ਦਫ਼ਤਰ ਦੇ ਵਿੱਚ ਮੈਂ ਜਦੋਂ ਸਦੀਕ ਸਾਹਿਬ ਦੇ ਦਫ਼ਤਰ ਦੀ ਕੋਲ ਦੀ ਲੰਘਿਆ, ਜੀ ਉਹ ਸਤਿੰਦਰ ਬੀਬਾ ਦਾ ਘਰ ਸੀ ਅੱਗੇ, ਇਹ ਉਹਨਾਂ ਦਾ ਦਫ਼ਤਰ ਸੀਗਾ ਰਣਜੀਤ ਕੌਰ ਦੇ ਉੱਥੇ ਜੀ। ਉਦੋਂ ਜਦੋਂ ਸਾਡਾ ਆਪਸ ਵਿੱਚ ਦੀ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਕਾਹਲੀ 'ਚ ਸੀ। ਮੈਨੂੰ ਕਹਿ ਗਿਆ ਵੀ ਅਸੀਂ ਕੰਮ ਜ਼ਰੂਰੀ ਕੰਮ, ਲੇਕਿਨ ਉਹ ਵਾਪਸ ਮੁੜੇ ਤੇ ਫਿਰ ਉਹਨਾਂ ਨੇ ਮਤਲਬ ਕਹਿੰਦੇ ਸੁਣਾ, ਜਦੋਂ ਮੈਂ ਸੁਣਾਏ ਫਿਰ ਸਾਰੇ ਗੀਤ ਪ੍ਰਵਾਨ ਕਰ ਲਏ। ਕਿਹੜੇ ਕਿਹੜੇ ਸੁਣਾਏ? ਉਹ ਸੀਗਾ ਪਹਿਲੇ ਪੈਰ ਨੂੰ ਚੰਨ ਚੜ ਜਾਂਦਾ, ਪਿਛਲੇ ਪੈਰ ਨੂੰ ਤਾਰੇ, ਹਾਂ ਪੈਂਦੀ ਹੈ ਛਣਕ ਮੇਰੀ ਵੰਗ ਵੇ, ਮੇਰੇ ਵਸ ਨਾ ਗੱਭਰੂਆ, ਪੱਟ ਦਿੱਤੀ ਗੁੱਤ ਮੈਂ ਚੁੜੇਲ ਸੱਸ ਦੀ। ਇਹ ਗੀਤ ਦਾ ਵੀ ਤੁਹਾਨੂੰ ਜ਼ਿਕਰ ਮੈਂ ਦੁਬਾਰੇ ਕਰੂੰਗਾ। ਹਾਂ, ਤਾਂ ਜਿਹੜੇ ਗੀਤ ਸੀ ਮੇਰੇ ਪਰਿਵਾਰਕ ਡਰਾਮੇ ਸੀ ਮੇਰੇ ਗੀਤ। ਜੀ ਤੇ ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ, ਇਹ ਗੀਤ ਮੈਂ ਲਿਖੇ। ਹੋਰ ਸੁਣਾਇਓ, ਕਹਿੰਦੇ ਫਿਰ ਤੂੰ ਸਾਰੇ ਸੁਣਾ। ਫਿਰ ਮੈਂ ਗੀਤ ਉੱਥੇ ਦੇ ਕੇ ਨਹੀਂ ਆਇਆ। ਮੈਂ ਕਿਹਾ ਯਾਰ ਨਵੇਂ ਬੰਦੇ ਆ, ਇੱਕ ਸਰਵਿਸ ਦੇ ਵਿੱਚ ਆ, ਮੈਨੂੰ ਕਾਨੂੰਨ ਦਾ ਨਹੀਂ ਪਤਾ, ਕਿਤੇ ਉਹ ਨਾ ਹੋਵਾਂ ਮੈਂ ਦੋਨੇ ਪਾਸੇ ਜੀ ਕੋਈ ਐਕਸ਼ਨ ਮੇਰੇ ਤੇ ਆਵੇ। ਕਿੱਕਰਾਂ ਵੀ ਲੰਘ ਜੋ, ਬੇਰੀਆਂ ਵੀ ਲੰਘ ਜੋ। ਹਾਂਜੀ, ਉਹ ਵੀ ਪੂਰਾ ਹੀ ਉਹ ਹੋ ਜੇ। ਤਾਂ ਮੈਂ ਆਖਿਆ ਕਿੱਕਰਾਂ ਬੇਰੀਆਂ ਆਏ ਨਾ ਵੀ ਇਹਦੇ ਵਿੱਚ ਫਸ ਨਾ ਜਾਈਏ ਮਾੜਾ ਜਿਹਾ। ਇਹ ਕੰਡੇ ਬਹੁਤ ਚੁੱਭਦੇ ਹੁੰਦੇ ਆ ਬੇਰੀਆਂ ਵਾਲੇ, ਵੀ ਸੋਚ ਕੇ ਚੱਲੀਏ। ਫਿਰ ਸਦੀਕ ਸਾਹਿਬ ਮੇਰੇ ਕੋਲੇ ਆ ਗਏ ਆਪ ਹੀ, ਉਹ ਦੂਜੇ ਤੀਜੇ ਦਿਨ ਉਹ ਕਹਿੰਦੇ ਯਾਰ ਗੀਤ ਦੇ, ਤੂੰ ਵੀ ਮੁੜਿਆ ਆ ਥੋੜਾ, ਦੋ ਅੱਖਰ ਲਿਖ ਕੇ। ਫਿਰ ਮੈਂ ਉਹਨਾਂ ਨੂੰ ਗੀਤ ਦਿੱਤੇ, ਤੇ ਫਿਰ ਉਹਨਾਂ ਨੇ ਮਤਲਬ ਆਪਦਾ ਉਹ ਕੀਤੇ। ਮੈਨੂੰ ਪਹਿਲਾਂ ਮੈਂ ਟਾਲਣ ਦੀ ਕੋਸ਼ਿਸ਼ ਕੀਤੀ ਜੀ। ਉਹ ਕਿਉਂ? ਫਿਰ ਉਹ ਕਿਉਂ, ਇੱਕ ਤਾਂ ਇਹ ਸੀਗਾ ਵੀ ਮੈਨੂੰ ਕਹਿੰਦੇ ਯਾਰ ਅਸੀਂ, ਮੈਨੂੰ ਆ ਡਰਦਾ ਸੀਗਾ ਵੀ ਕੱਟ ਕੇ ਮੇਰੇ ਨਾਂ ਹੋਰ ਨਾ ਕਿਸੇ ਪੈ ਜਾਣ। ਉਸ ਤੋਂ ਬਾਅਦ ਮੈਂ ਸੋਚਦਾ ਸੀ ਵੀ ਦਫ਼ਤਰੀ ਮੈਂ ਸਰਵਿਸ ਦੇ ਵਿੱਚ ਸੀਗਾ, ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਤੋਂ ਮੇਰੇ ਇੱਕ ਤਰ੍ਹਾਂ ਆਉਂਦਾ ਸੀ। ਫਿਰ ਉਹ ਕਹਿੰਦਾ ਚੱਲ ਯਾਰ ਅਸੀਂ ਤੇਰੇ ਕੋਲੇ ਅਗਲੇ ਹਫ਼ਤੇ ਦੇਵਾਂਗਾ, ਤੇਰੇ ਘਰੇ ਆ ਜਾਵਾਂਗੇ। ਉਹ ਘਰੇ ਮੈਂ ਟੁੱਟੇ ਜੇ ਘਰ 'ਚ ਰਹਿੰਦਾ ਸੀਗਾ। ਮੈਂ ਕਿਹਾ ਤਾਂ ਮੇਰੀ ਪਰਸਨੈਲਿਟੀ ਜੀ ਹੈਗੀ ਬਾਬਾ ਲੰਮੀ, ਜੇ ਘਰੇ ਵਗ ਗਏ ਤਾਂ ਇਹਨੇ ਜੰਮੀ ਨਾ ਕੰਮ ਖਰਾਬ ਹੋ ਜੇ ਕਿਤੇ ਦੇਖ ਲਈ। ਮੈਂ ਕਿਹਾ ਮੈਂ ਹੀ ਤੁਹਾਡੇ ਕੋਲੇ ਆ ਜਾਊਂਗਾ ਯਾਰ। ਹਾਂ, ਫਿਰ ਅਸੀਂ ਉੱਥੇ ਚੌਂਕ ਸੀਗਾ ਪੁੱਚੋ ਮੰਡੀ ਦਾ। ਅੱਛਾ ਜੀ। ਫਿਰ ਮੈਂ ਗੀਤ ਲਿਖ ਕੇ ਉੱਥੇ ਫੜਾਏ। ਜੀ ਮੈਂ ਕਿਹਾ ਰੋਬ ਜਾਤਾ ਰਹਿ ਜਾ ਆਪਦੀ ਪਰਸਨੈਲਿਟੀ ਦਾ, ਚੰਗੀ ਸਿਹਤ ਸੂਸੀ ਹੋ। ਤਾਂ ਉਹ ਕਹਿੰਦੇ ਯਾਰ ਨਹੀਂ ਹੇਰਾ ਫੇਰੀ ਕਰਦੇ ਤੇਰੇ ਨਾਲ, ਅਸੀਂ ਤਾਂ ਚਾਹੁੰਦੇ ਆ ਵੀ ਕਹੇ ਜਿਹਾ ਗੀਤਕਾਰ ਪੈਦਾ ਹੋਵੇ। ਉਹਨਾਂ ਨੇ ਫਿਰ ਮੇਰੀ ਮਦਦ ਕੀਤੀ, ਮੇਰੇ ਨਾਲ ਕੋਈ ਬੇਈਮਾਨੀ ਨਹੀਂ ਕੀਤੀ। ਸਹੀ ਗੱਲ। ਹਾਂ ਬਿਲਕੁਲ ਜੀ। ਤੇ ਸਭ ਤੋਂ ਪਹਿਲਾ ਗੀਤ ਫਿਰ ਕਿਹੜਾ ਰਿਕਾਰਡ ਹੋਇਆ? ਸਦੀਕ ਸਾਹਿਬ ਦੀ ਬਾਤ। ਹਾਂ, ਪੈਂਦੀ ਹੈ ਛਣਕ ਮੇਰੀ ਵੰਗ ਵੇ, ਦੋ ਗਾਣੇ ਰਿਕਾਰਡ ਹੋਏ, 7-8 ਜੀ। 8-9 ਗੀਤ ਹੋਏ। ਜੀ। ਤੇ ਉਹ ਕਹਿੰਦੇ ਹੋਰ ਵੀ ਲਿਆ, ਜਿੰਨੇ ਤੂੰ ਲਿਖਦਾ ਸਾਰੇ ਰਿਕਾਰਡ ਕਰ। ਕੁੱਲ ਕਿੰਨੇ ਗੀਤ ਗਾਏ ਆ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਤੁਹਾਡੀ? ਮੁਹੰਮਦ ਸਦੀਕ ਨੇ ਤਾਂ ਮੇਰੇ ਗੀਤ ਵੈਸੇ ਤਾਂ 50 ਦੇ ਕਰੀਬ ਗਾਏ ਆ। ਕੁਛ ਰਿਕਾਰਡ ਮਤਲਬ ਰਿਕਾਰਡ ਨਹੀਂ ਹੋਏ, ਸਟੇਜਾਂ ਤੇ ਬੜਾ ਚਿਰ ਚੱਲਦੇ ਰਹੇ। ਪਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਦੇ ਨਾਲ ਤਾਂ ਪੱਕੇ ਤੌਰ ਦੇ ਉੱਤੇ ਬਾਬੂ ਸਿੰਘ ਮਾਨ ਜੁੜੇ ਰਹੇ ਆ। ਹਾਂਜੀ ਹਾਂਜੀ। ਫਿਰ ਤੁਹਾਨੂੰ ਵਿਚਾਲੇ ਕਿਵੇਂ ਮੌਕਾ ਮਿਲ ਗਿਆ? ਉਹ ਮੌਕਾ ਮਿਲ ਗਿਆ, ਉਹ ਬੰਬੇ ਚਲੇ ਗਏ ਸੀ। ਬਾਬੂ ਸਿੰਘ ਮਾਨ। ਹਾਂ, ਉਧਰ ਜਿਆਦਾ ਫਿਲਮਾਂ ਵਾਲੇ ਪਾਸੇ ਜੁੜ ਗਏ ਸੀ। ਉਹਨਾਂ ਦਾ ਗੈਪ ਸੀ, ਉਹਦੇ ਵਿੱਚ ਕੁਦਰਤੀ ਮੈਂ ਮਿਲ ਪਿਆ। ਤੇ ਫਿਰ ਵਧੀਆ ਮਤਲਬ ਸਾਡਾ। ਜੀ। ਤੇ ਸਰਵਿਸ ਦੇ ਵਿੱਚ ਹੁੰਦਿਆਂ ਹੋਇਆਂ ਇਹ ਗੀਤ ਲਿਖੇ ਹਨਾ, ਤੇ ਪਰਿਵਾਰ ਦਾ ਕਿੰਨਾ ਕੁ ਸਾਥ ਸੀ? ਕਿਸੇ ਹੋਰ ਨੂੰ ਵੀ ਘਰ ਦੇ ਵਿੱਚ ਲਿਖਣ ਦੀ ਆਦਤ ਸੀ ਜਾਂ ਤੁਹਾਡੇ ਤੋਂ ਹੀ ਉਹ ਸ਼ੁਰੂਆਤ? ਘਰਦਿਆਂ ਨੂੰ ਸ਼ੌਂਕ ਬਹੁਤ ਸੀ। ਪਰਿਵਾਰ ਦਾ ਤਾਂ ਮੈਨੂੰ ਪੂਰਾ ਹੀ ਸਹਿਯੋਗ ਰਿਹਾ। ਜਦੋਂ ਮੈਂ ਗੀਤ ਲਿਖਦਾ ਸੀ, ਉਹ ਕਹਿੰਦੇ, ਮੇਰਾ ਭਾਈ ਸੀ ਵੱਡਾ, ਉਹ ਕਹਿੰਦੇ ਯਾਰ ਗੀਤ ਲਿਖ, ਸਾਰਾ ਇਸ ਕੰਮ ਛੱਡ। ਸ਼ੌਂਕ ਬਹੁਤ ਸੀ। ਉਹ 40 50 ਕੋ ਤੱਕ ਅਖਾੜੇ ਸੁਣਨ ਜਾਂਦੇ ਸੀ। ਉਦੋਂ ਸੀ ਇਸੇ ਤਰ੍ਹਾਂ ਹਫ਼ਤਾ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਵੀ ਆਹ ਕੰਮ ਕਰਨਾ ਹੈ, ਅਧੂਰਾ ਨਾ ਰਹਿ ਜੇ, ਇਹ ਕਰੋ। ਤਾਂ ਫਿਰ ਜਦੋਂ ਪਹਿਲੀ ਉਹ ਤਿਆਰੀਆਂ ਕਰ ਲੈਂਦੇ ਵੀ ਜਿਹੜਾ ਕੰਮ ਨਿਬੇੜਨਾ, ਜਿਹੜੇ ਕੰਮ ਰੋਜ਼ ਮਤਲਬ ਰੋਜ਼ ਦੇ ਤਾਂ ਚਲੋ ਹੋ ਜਾਂਦੇ, ਜਿਹੜੇ ਕੰਮ ਉਹ ਕਰਨ ਵਾਲੇ ਨਾ ਦੂਰ ਨੇੜੇ ਜਾਣਦੇ, ਉਹ ਪਹਿਲੀ ਮਤਲਬ ਆਪਦਾ। ਤੁਸੀਂ ਕਿੰਨਾ ਲੰਮਾ ਸਮਾਂ ਮੁਹੰਮਦ ਸਦੀਕ ਹੋਰਾਂ ਦੇ ਸੰਪਰਕ ਦੇ ਵਿੱਚ ਰਹੇ ਹੋ? ਵੈਸੇ ਤਾਂ ਮੈਂ ਹੁਣ ਵੀ ਸੰਪਰਕ ਦੇ ਵਿੱਚ। ਹੁਣ ਵੀ ਫੋਨ ਕਰ ਲੈਂਦੇ? ਹਾਂ। ਸ਼ਰਮੀਲਾ ਸਾਹਿਬ ਮਿਲਦੇ ਹਾਂ। ਟਾਣਾ ਸਾਹਿਬ ਤੁਹਾਡੀ ਸ਼ਿਕਾਇਤ ਲਾ ਦੇਣੀ ਹੈ ਮੈਂ। ਹੁਣ ਤੁਹਾਨੂੰ ਦੱਸੀਏ ਜੀ ਵੀ ਉਹ ਹੁਣ ਵੀ ਧਾਰਮਿਕ ਗੀਤ ਰਿਕਾਰਡ ਕਰਕੇ ਹਟਿਆ। ਹਾਂ, ਹੁਣ ਵੀ ਮੇਰੇ ਧਾਰਮਿਕ ਗੀਤ ਸੀ ਨਾ, ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜੀ ਜਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ, ਉਹ ਗੀਤ ਆ ਰਹੇ ਆ ਮੇਰੇ। ਤਾਂ ਉਹ ਅਸੀਂ ਕਰ ਰਹੇ ਹਾਂ, ਹੁਣ ਵੀ ਕਰ ਰਹੇ ਆ। ਮੁਹੰਮਦ ਸਦੀਕ ਕਿਹੋ ਜਿਹੇ ਇਨਸਾਨ? ਜੇ ਮੁਹੰਮਦ ਤੁਹਾਡੇ ਕੋਲ ਦੇਖੋ, ਜਿਹੜਾ ਬੰਦਾ ਬਹੁਤ ਨੇੜੇ ਰਿਹਾ ਹੋਵੇ ਹਾਂਜੀ ਹਾਂਜੀ ਉਹਨੂੰ ਵੱਧ ਪਤਾ ਹੁੰਦਾ। ਹੁਣ ਇੱਕ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਵੋਟਾਂ ਪਾਈਆਂ, ਹਾਂਜੀ ਹਾਂਜੀ, ਇੱਕ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਸੁਣਿਆ। ਠੀਕ ਹੈ। ਬਤੌਰ ਗਾਇਕ ਉਹਨਾਂ ਨੂੰ ਹੋਰ ਰੂਪ ਦੇ ਵਿੱਚ ਜਾਣਦੇ ਲੋਕ, ਹਾਂਜੀ ਤੇ ਬਤੌਰ ਨੇਤਾ ਹੋਰ ਰੂਪ ਦੇ ਵਿੱਚ ਲੋਕਾਂ ਦੇ ਜੀ। ਮਨ ਵਿੱਚ ਕਈ ਕਿਸਮ ਦੇ ਉਲਾਂਭੇ ਵੀ ਆ। ਠੀਕ ਹੈ ਜੀ। ਪਰ ਤੁਸੀਂ ਕਿਵੇਂ ਜਾਣਦੇ? ਬਤੌਰ ਇਨਸਾਨ ਮੈਨੂੰ ਉਹ ਇਨਸਾਨ ਬਹੁਤ ਵਧੀਆ ਲੱਗੇ। ਉਹ ਜਿਹੜੀ ਗੱਲ ਕਰ ਲੈਂਦੇ ਸੀ ਉਹ ਨਿਭਾ ਦਿੰਦੇ ਸੀਗੇ। ਇਹ ਨਹੀਂ ਕਿ ਮੈਨੂੰ ਜੇ ਪੈਸਿਆਂ ਦੀ ਗੱਲ ਹੈ ਤਾਂ ਉਹ ਮੈਨੂੰ ਪੈਸੇ ਦਿੰਦੇ ਰਹੇ ਆ। ਮੈਂ ਨਹੀਂ ਕਹਿੰਦਾ ਵੀ ਕੋਈ ਕੁਛ ਕਹਿੰਦਾ ਹੋਵੇ,
ਲੇਕਿਨ ਮੈਨੂੰ ਉਹਨਾਂ ਨੇ ਮੌਕੇ ਤੇ ਮਦਦ ਕੀਤੀ। ਜਦੋਂ ਵੀ ਪੈਸੇ ਦੀ ਵੈਸੇ ਲੋੜ ਹੁੰਦੀ ਨਾ, ਮੈਂ ਕਿਹਾ ਜਰਾ ਗੀਤ ਆਪਾਂ ਕਰ ਰਹੇ ਹਾਂ, ਇੰਨੇ ਪੈਸੇ ਦੇ ਦਿਓ, ਉਹ ਮੈਨੂੰ ਦਿੰਦੇ ਆ। ਇੱਕ ਵਾਰੀ ਉਹ ਮਤਲਬ ਪੰਜਾਬੀ ਫਿਲਮ ਗੁੱਡੋ ਦੇ ਮੈਨੂੰ ਪੈਸੇ ਨਾ ਮਿਲ ਸਕੇ, ਕੋਈ ਕੰਪਨੀ ਜਦ ਪਤਾ ਨਹੀਂ ਅੱਗੇ ਵੇਚਤੀ ਜਾਂ ਹੋਰ ਹੋ ਗਈ, ਤਾਂ ਉਹ 6 ਮਹੀਨਿਆਂ ਬਾਅਦ ਮੇਰੇ ਕੋਲੇ ਘਰੇ ਆਏ, ਕਹਿੰਦਾ ਯਾਰ ਤੇਰੀ ਅਮਾਨਤ ਪਈ ਹੈ। ਮੈਂ ਹੈ ਨਹੀਂ ਸੀਗਾ, ਤਾਂ ਉਹ ਘਰੇ ਕਹਿ ਗਏ ਵੀ ਉਹਨਾਂ ਨੂੰ ਸਾਡੇ ਕੋਲੇ ਭੇਜੋ ਲੁਧਿਆਣੇ। ਤਾਂ ਉਹਨਾਂ ਨੇ ਮੈਨੂੰ ਕੱਢ ਕੇ ਉਹ ਕਹਿੰਦਾ ਲੱਖ ਰੁਪਈਆ ਦੇਵਾਂਗੇ, 50 ਰੁਪਈਆ ਫੜ ਲੈ ਤੂੰ ਉੱਥੇ ਰਿਕਾਰਡਿੰਗ ਕਰ ਸਾਡੇ। ਲੱਖ ਰੁਪਈਆ ਦੇਵਾਂਗੇ, 50 ਤਾਂ ਹੁਣੇ ਲੈ ਲਾ, 50,000 ਹੁਣੇ ਲੈ ਲਾ, ਤੇ ਲੱਖ ਤੈਨੂੰ ਪੂਰਾ ਹੋਰ ਦੇਊਂਗਾ ਜੇ ਪੈਸੇ ਤੁਸੀਂ ਸਾਡੇ ਸਟੂਡੀਓ 'ਚ ਰਿਕਾਰਡਿੰਗ ਵੀ ਕਰੋ, ਤੁਸੀਂ ਉਹਦੀ ਅੱਛਾ ਸਾਡੀ ਜੀ। ਮਦਦ ਕਰਾਂਗੇ ਜੀ। ਮਤਲਬ ਮੈਨੂੰ ਉਹ ਚੀਜ਼ ਇਸ ਗੱਲੋਂ, ਜੇ ਮੈਂ ਅੱਜ ਕਹਾਂ ਕੋਈ ਉਹਨੇ ਨਾਪਲੇ ਪੈਸੇ ਉਹ ਕਰ ਲਏ, ਮੈਂ ਤਾਂ ਵੀ ਉਹ ਜਿੰਨੀ ਉਹਨਾਂ ਨੇ ਗੱਲ ਕੀਤੀ ਵੱਧ ਘੱਟ ਨਹੀਂ, ਮਤਲਬ ਜਿੰਨੀ ਉਹਨਾਂ ਨੇ ਗੱਲ ਕੀਤੀ ਉਹ ਮੇਰੇ ਨਾਲ ਨਿਭੇ। ਪਹਿਲੇ ਨੰਬਰ 'ਤੇ ਤਾਂ ਉਸ ਟਾਈਮ 'ਤੇ ਮੈਨੂੰ ਅੱਗੇ ਲੈ ਕੇ ਆਏ ਉਹ ਇਸ ਫੀਲਡ ਦੇ ਵਿੱਚ, ਤਾਂ ਮੈਨੂੰ ਕਿਤੇ ਜਾਣਾ ਨਹੀਂ ਪਿਆ, ਮੈਂ ਚੱਕਰਾਂ 'ਚ ਨਹੀਂ ਪਿਆ। ਦੂਸਰੇ ਨੰਬਰ 'ਤੇ ਇਹ ਸੀ ਕਿ ਉਹਨਾਂ ਨੇ ਜਿੰਨੇ ਵੀ ਮਤਲਬ ਮੇਰੇ ਗੀਤ ਜਿਵੇਂ ਜਿਵੇਂ ਕਰਾਉਂਦੇ ਰਿਕਾਰਡ, ਮੈਨੂੰ ਕੰਪਨੀ ਤੋਂ ਵੀ ਉਹਨਾਂ ਨੇ ਮੇਰੇ ਨੰਬਰ ਅਲਾਉਟ ਕਰਵਾਇਆ ਵੀ ਤੈਨੂੰ ਮਿਲਦੇ ਰਹਿਣਗੇ। HMB ਕੰਪਨੀ ਸੀ ਜਿਹੜੀ ਹੁਣ ਸਾਰੇ ਗਾਮਾਂ ਕੋਲੇ ਜਿਹਦੇ ਰਾਈਟਸ ਕੁਝ ਵਿਕ ਚੁੱਕੇ ਆ, ਜੀ। ਉਹਦੇ ਮੈਨੂੰ ਹੁਣ ਵੀ ਪੈਸੇ ਆਉਂਦੇ ਆ। ਅੱਛਾ। ਹਾਂ, ਹੁਣ ਵੀ ਉਹ ਵਧੀਆ ਇਮਾਨਦਾਰ ਕੰਪਨੀ ਹੈ। ਉਹ ਬਕਾਇਦਾ ਕੰਪਿਊਟਰ ਤੇ ਆਪਾਂ ਨੂੰ ਲਿਸਟ ਭੇਜਦੀ ਹੈ ਡਿਟੇਲ, ਤੇ ਉਹਦੇ ਵੱਧ ਘੱਟ ਉਹ ਪੈਸੇ ਦਿੰਦੀ ਹੈ। ਕੋਈ ਇਸ ਦੌਰ ਦੇ ਵਿੱਚ ਮਿੱਠੀ ਸਲੂਣੀ ਯਾਦ ਜਿਹੜੀ ਤੁਹਾਡੇ ਚੇਤੇ ਦੇ ਵਿੱਚ ਜਮ੍ਹਾਂ ਹੋਵੇ ਵੀ ਇੱਕ ਵਾਰੀ ਸਦੀਕ ਹੋਰਾਂ ਨੇ ਆਹ ਚੰਗੀ ਕੀਤੀ ਜਾਂ ਆਹ ਮਾੜੀ ਕੀਤੀ, ਇਉਂ ਜੇ ਨਹੀਂ ਕਰਨਾ ਚਾਹੀਦਾ ਸੀ, ਕੋਈ ਇਉਂ ਤਾਂ ਗੁੱਸਾ ਕਰ ਹੀ ਗਿਲਾ ਗਏ, ਹੀ ਹੋ ਜਾਂਦਾ ਹੈ ਕਦੀ, ਕੋਈ ਵੈਸੇ ਕੋਈ ਕੋਈ ਯਾਦ ਐਸੀ ਜੁੜ ਗੱਲ ਜਾਂਦੀ ਹੋਵੇ। ਹੈ। ਸਾਡਾ ਕੋਈ ਐਡਾ ਬਾਹਲਾ ਉਹ ਨਹੀਂ ਹੋਇਆ, ਕਿਉਂਕਿ ਮੈਨੂੰ ਇਹ ਸੀ ਨਾ ਵੀ ਉਹ ਇੱਕ ਤਾਂ ਉਹਨਾਂ ਦਾ ਰੁਝੇਵਾਂ ਸੀ, ਜੇ ਉਹ ਨਾ ਵੀ ਮਿਲ ਸਕਦੇ ਮੈਨੂੰ ਪਤਾ ਸੀ ਵੀ ਫਲਾਣੇ ਫਿਲਮ ਦੇ ਵਿੱਚੋਂ ਕੋਈ ਬਕਾਇਦਾ ਐਕਟਿੰਗ ਵਾਸਤੇ ਜਾਂ ਸ਼ੂਟਿੰਗ ਕੋਈ ਚੱਲ ਰਹੀ ਹੈ ਉੱਥੇ। ਮਤਲਬ ਸਭ ਤੋਂ ਵੱਡਾ ਉਹਨਾਂ ਨੇ ਇਹ ਕੀਤਾ ਕਿ ਮੈਨੂੰ ਉਹਨਾਂ ਨੇ ਸਿਚੁਏਸ਼ਨਾਂ ਦਿੱਤੀਆਂ ਤੇ ਗੁੱਡੋ ਫਿਲਮ ਦੇ ਗੀਤ ਲਿਖਵਾਏ। ਤਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਤੋਂ ਲਿਖਵਾਉਣੇ ਆ, ਤੁਹਾਡਾ ਅੱਗੇ ਥਾਂ ਬਣੂ ਯਾਰ, ਤੁਸੀਂ ਅੱਗੇ ਤੁਹਾਡੇ ਕੋਲ ਅੰਦਰ ਆਲਟ ਹੈ, ਅਸੀਂ ਸਮਝ ਚੁੱਕੇ ਹਾਂ। ਤਾਂ ਉਹ ਵਧੀਆ ਉਹਨਾਂ ਨੇ ਉਹ ਮੈਨੂੰ ਕੀਤਾ। ਬਹੁਤੀ ਵਾਰ ਜਿਹੜੀਆਂ ਜੋੜੀਆਂ ਨੇ ਉਹ ਬਹੁਤਾ ਲੰਮਾ ਸਮਾਂ ਟਿਕਦੀਆਂ ਨਹੀਂ, ਚਾਹੇ ਉਹ ਦੁਗਾਣਾ ਜੋੜੀ ਹੋਏ, ਚਾਹੇ ਗੀਤਕਾਰ ਤੇ ਗਾਇਕ ਦੀ ਜੋੜੀ ਹੋਏ, ਚਾਹੇ ਕਿਸੇ ਤਰੀਕੇ ਵੀ ਆਪਾਂ ਲਾ ਲਈਏ, ਪਰ ਤੁਸੀਂ ਇੰਨਾ ਲੰਮਾ ਸਮਾਂ ਉਹਨਾਂ ਦੇ ਨਾਲ ਵਿਚਰੇ ਹੋ। ਤੁਸੀਂ ਸਦੀਕ ਸਾਹਿਬ ਦੇ ਨਾਲ ਰਹੇ, ਉਹਨਾਂ ਦੇ ਲਈ ਗੀਤ ਲਿਖੇ, ਉਹਨਾਂ ਨੇ ਗਾਏ। ਸੋ ਕੀ ਮੰਨਦੇ ਹੋ ਵੀ ਇਹਦੇ ਪਿੱਛੇ ਕੀ ਰਾਜ਼ ਰਿਹਾ ਹੈ, ਕਿਹੜੀ ਇੱਕ ਕੁੰਡੀ ਰਹੀ ਜਿਹੜਾ ਇੰਨੀ ਲੰਬੀ ਨਿਭ ਗਈ ਹੈ? ਉਹ ਨਿਭਦੀ ਇਸ ਤਰ੍ਹਾਂ ਜੀ, ਹੁਣ ਮੇਰਾ ਕਾਕਾ ਹੈ ਚੰਡੀਗੜ੍ਹ, ਉਹ ਲੈਕਚਰਰ ਹੈ DV ਕਾਲਜ ਦੇ ਵਿੱਚ, ਉਹਨਾਂ ਨਾਲ ਵੀ ਉਹ ਸੰਪਰਕ ਰੱਖਦੇ ਆ। ਜੇ ਮੈਂ ਉਹ ਸਿੱਧਾ ਸੰਪਰਕ ਕਰ ਲੈਂਦਾ ਵੀ ਆਹ ਗੀਤ ਆਪਾਂ ਐ ਕਰਵਾਉਣਾ, ਉਹ ਕਈ ਵਾਰੀ ਮੈਨੂੰ ਫੋਨ ਕਰਦੇ ਯਾਰ ਪ੍ਰੋਫੈਸਰ ਸਾਹਿਬ ਦਾ ਫੋਨ ਨਹੀਂ ਆਇਆ, ਤਾਂ ਉਹ ਕਹਿੰਦੇ ਯਾਰ ਸਾਡੀ ਗੱਲ ਕਰਾਓ। ਉਹ ਹੁਣ ਵੀ ਗਾਹਾਂ ਅੱਗੇ ਵੀ ਸੰਪਰਕ ਉਹ ਰੱਖ ਰਹੇ ਆ, ਅੱਗੇ ਟਾਈਮ ਦਿੰਦੇ ਆ, ਉਹਨਾਂ ਨੂੰ ਮਿਲਦੇ ਆ। ਹੁਣ ਵੀ ਕੋਈ ਵੀ ਕੰਮ ਕਰਨਾ ਹੋਵੇ ਮਿਊਜ਼ਿਕ ਬਾਰੇ ਉਹ ਕਰਦੇ ਆ। ਤੁਹਾਡੇ ਕੋਲੇ ਰਣਜੀਤ ਕੌਰ ਤੇ ਮੁਹੰਮਦ ਸਰੀ ਇਕੱਠੇ ਵੀ ਆਉਂਦੇ ਰਹੇ? ਹਾਂਜੀ ਹਾਂਜੀ, ਤੁਸੀਂ ਮਿਲਦੇ ਰਹੇ। ਜਦੋਂ ਦੋਵਾਂ ਦੇ ਰਿਸ਼ਤੇ ਵਿੱਚ ਕਿਸੇ ਗੱਲੋਂ ਕੁੜੱਤਣ ਪੈਦਾ ਹੋਈ, ਫਿਰ ਮਾੜਾ ਮੋਟਾ ਸਾਂਭਣ ਦੀ ਕੋਸ਼ਿਸ਼ ਕੀਤੀ ਜੀ? ਦੇਖੋ ਇਹ ਤਾਂ ਮੈਂ ਤਾਂ ਇੱਕ ਕਹਿੰਦਾ ਬਹੁਤ ਵੱਡੀ ਦਰਦਨਾਕ ਘਟਨਾ ਕਹਿੰਦਾ। ਉਹ ਕਹਿੰਦੇ ਜੀ ਆਵਾਜ਼ ਦੀ ਜਿਹੜੀ ਖਰਾਬੀ ਹੋਈ, ਆਵਾਜ਼ ਦਾ ਖਰਾਬ ਹੋ ਜਾਣਾ ਬਹੁਤ ਵੱਡਾ ਇਹਨਾਂ ਦਾ ਉਹ ਸੀ। ਬਾਕੀ ਜਦੋਂ ਇਹਦੇ 'ਚ ਜਦੋਂ ਮੇਨ ਜਿਹੜੀ ਚੀਜ਼ ਉਹਦੇ ਨਾਲ ਟੁੱਟ ਜਾਂਦੇ ਨਾ ਆਪਾਂ, ਉਦੋਂ ਫਿਰ ਹੋਰ ਵੀ ਕਈ ਚੀਜ਼ਾਂ ਇਹਦੇ 'ਚ ਰਲਾਉਟ ਹੋ ਜਾਂਦੀਆਂ, ਵੀ ਗੁੱਸੇ ਗਿਲੇ ਵੀ ਹੋ ਜਾਂਦੇ ਆ। ਮੇਨ ਆਵਾਜ਼ ਦਾ ਹੀ ਜਿਹੜਾ ਖਰਾਬ ਹੋਣਾ ਸੀ, ਉਹ ਇਸ ਕਰਕੇ ਉਹਨਾਂ ਦਾ ਆਪਸ ਦੀ ਹੋ ਗਏ ਹੋਣਗੇ ਮਤਭੇਦ, ਲੇਕਿਨ ਮੇਨ ਜਿਹੜੀ ਆ ਸੀ ਕੋਈ ਪਰਮਾਤਮਾ ਕਰਨੀ ਜਿਹੜੀ ਕਰੋਪੀ ਹੋਈ ਹੈ। ਪਰ ਇਹ ਤੁਹਾਡੇ ਪੱਧਰ ਦੀ ਗੱਲ ਸੀ ਕਿ ਨਹੀਂ ਵੀ ਭਾਈ ਮਾੜਾ ਮੋਟਾ ਮਸਲਾ ਸੰਭਾਲ ਲੈਂਦੇ ਆਪਾਂ? ਇਹ ਮੇਰੇ ਪੱਧਰ ਦੀ ਗੱਲ ਨਹੀਂ ਸੀ। ਦੁੱਖ ਤਾਂ ਦੋਨਾਂ ਪਾਸਿਓਂ ਮਹਿਸੂਸ ਕਰ ਲਿਆ ਸੀ ਮੈਂ, ਕਿਉਂਕਿ ਨਵੀਂ ਕੁੜੀ ਵੀ ਆਈ, ਉਹਦੇ ਨਾਲ ਵੀ ਮੈਂ ਰਿਕਾਰਡਿੰਗ ਕੀਤੀ ਹੈ, ਕਿੱਕਰਾਂ ਵੀ ਲੰਘੀ, ਮੁੱਛ ਫੁੱਟ ਗੱਭਰੂ ਟੇਪ ਅਸੀਂ ਉਹ ਕੀਤੀ ਉੱਥੇ ਬੈਠ ਕੇ ਸਾਰਾ। ਪਰ ਇਹ ਜਿਹੜੀ ਚੀਜ਼ ਸੀ ਇਹ ਉਹਨਾਂ ਦੀ ਆਵਾਜ਼ ਦਾ ਹੀ ਉਹ ਸੀਗਾ। ਤੇ ਬਲਕਾਰ ਸਿੱਧੂ ਨੇ ਵੀ ਤੁਹਾਡੇ ਕਈ ਗੀਤ ਗਾਏ ਆ? ਹਾਂਜੀ ਹਾਂਜੀ, ਅਸੀਂ ਹੀਰਿਆਂ ਦੇ ਨਾਲੋਂ, ਹਾਂ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੌਡੀਆਂ ਦੇ ਭਾਵੇਂ, ਤੇ ਹੋਰ ਵੀ ਕਈ ਗਾਣੇ ਗਾਏ ਉਹਨਾਂ ਨੇ ਤੁਹਾਡੇ? ਬਹੁਤ ਸਾਰੇ ਗੀਤ ਗਾਏ। ਹੁਣ ਉਹਨਾਂ ਦੇ ਵੇਰਵੇ ਦੱਸ ਦਿਓ। ਹੁਣ ਵੀ ਗਾ ਰਹੇ ਆ। ਇੱਕ ਮੇਰਾ ਗੀਤ ਸੀਗਾ ਹੱਥ ਜੋੜ ਪੰਜੇ ਪੀਰ ਮਨਾਵਾਂ, ਸੱਜਣਾ ਵੇ ਤੇਰੇ ਵਾਸਤੇ, ਸਿਰ ਰੱਖ ਕੇ ਤਲੀ ਦੇ ਉੱਤੇ ਆਵਾਂ ਸੱਜਣਾ। ਇੱਕ ਗੀਤ ਸੀਗਾ ਤੂੰ ਗੋਰਾ ਮੁਖੜਾ ਘੁੰਡ ਦੇ ਵਿੱਚ ਛੁਪਾ ਲੈਂਦੀ ਤਾਂ ਚੰਗਾ ਸੀ, ਇਹ ਚੋਰੀ ਕਰਦੇ ਨੈਣਾ ਨੂੰ ਸਮਝਾ ਲੈਂਦੀ ਤਾਂ ਚੰਗਾ ਸੀ। ਤੇਰੀ ਲਾਪਰਵਾਹੀ ਨਾਲ ਕੁੜੇ ਕਈ ਦੁਰਘਟਨਾਵਾਂ ਹੋਈਆਂ ਨੇ, ਹਾਏ ਸੜਬਲ ਗਏ ਭਮੱਕੜ ਨਹੀਂ ਡਾਰਾਂ ਦੀਆਂ ਡਾਰਾਂ ਹੋਈਆਂ ਨੇ। ਹੈਂ ਤੂੰ ਇੱਕ ਲੱਤ ਉੱਤੇ ਖੜ ਕੇ ਨਹੀਂ ਹੱਥ ਜੋੜ ਕੇ ਵੱਡੇ ਤੜਕੇ ਨੇ ਅਣਜਾਣ ਉਮਰ ਦੀਆਂ ਭੁੱਲਾਂ ਨੂੰ ਬਖਸ਼ਾ ਲੈਂਦੀ ਤਾਂ ਚੰਗਾ ਸੀ, ਤੂੰ ਗੋਰਾ ਮੁਖੜਾ ਘੁੰਡ ਦੇ ਵਿੱਚ ਛੁਪਾ ਲੈਂਦੀ। ਇਹ ਗੀਤਾਂ ਨੂੰ ਮਤਲਬ ਮੈਂ
ਛੋਟੇ ਪੱਧਰ ਤੇ ਲਿਖਦਾ ਸੀ, ਮਿਹਨਤ ਕਰਕੇ ਲਿਖਦਾ ਸੀ, ਤਾਂ ਉਹਦੇ ਗੀਤ ਬੜੇ ਪਪੂਲਰ ਹੋਏ ਜੀ। ਹੁਣ ਤੱਕ ਬਹੁਤ ਹੁਣ ਵੀ- ਸਾਰੇ ਤੁਸੀਂ ਗੀਤ ਲਿਖੇ ਨੇ ਹਨਾ, ਕੀ ਮੰਨਦੇ ਹੋ ਵੀ ਕੋਈ ਇੱਕ ਗੀਤ ਇਹੋ ਜਿਹਾ ਹੁੰਦਾ ਜਿਹੜਾ ਬੰਦੇ ਨੂੰ ਐ ਲੱਗਦਾ ਵੀ ਇਹਦੇ ਨਾਲ ਦਾ ਦੁਬਾਰਾ ਮੀਲ ਪੱਥਰ ਨਹੀਂ ਮੇਰੇ ਤੋਂ ਕੋਈ ਸਾਬਤ ਹੋ ਸਕਿਆ, ਇਦਾਂ ਦਾ ਗੀਤ ਦੁਬਾਰਾ ਨਹੀਂ ਲਿਖ ਹੋ ਸਕਿਆ, ਉਹ ਕਿਹੜਾ ਗੀਤ ਮੰਨਦੇ ਹੋ? ਕੋਈ ਇੱਕ ਗੀਤ ਜਿਹੜਾ ਹੁਣ ਤੱਕ ਦੇ ਸਫ਼ਰ 'ਚ ਚੋਟੀ ਦਾ ਹੋਵੇ, ਸਦੀਕ ਸਾਹਿਬ ਦੇ ਗੀਤ ਸੀਗੇ, ਉਹਦੇ ਵਿੱਚੋਂ ਪਹਿਲੇ ਵੀ ਕੋਈ ਪੈਰ ਨੂੰ ਇੱਕ ਚੰਨ ਚੜ ਜਾਂਦਾ ਪਿਛਲੇ ਪੈਰ ਨੂੰ ਤਾਰੇ, ਜਾਂ ਬਲਕਾਰ ਸਿੱਧੂ ਦਾ ਸੀ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੌਡੀਆਂ ਦੇ ਭਾਅ ਵਿਗੇ। ਇਹ ਸਾਰੇ ਬਹੁਤ ਚੱਲਦੇ ਰਹੇ ਆ। ਹੋਰ ਵੀ ਗੀਤ ਮੇਰੇ ਚੰਗੇ ਪਪੂਲਰ ਹੁੰਦੇ ਰਹੇ। ਆਪਾਂ ਕਹਿੰਦੇ ਵੀ ਆ ਤਾਂ ਟੋਪੀ ਵਾਲਾ ਕੈਲੀ ਸੀਗਾ, ਹਾਂਜੀ ਹਾਂਜੀ, ਉਹ ਕਿਹੜਾ ਕੈਲਾ? ਉਹ ਸਾਰੇ ਮੇਰੇ ਗੀਤ ਲਗਭਗ ਸਾਰੇ ਬਹੁਤ ਜ਼ਿਆਦਾ ਚੱਲਦੇ ਰਹੇ। ਸਾਉਣ ਦਾ ਮਹੀਨਾ ਪੈਂਦੀ ਤੀਆਂ ਚ ਧਮਾਲਵੇ, ਇਹ ਪਹਿਲਾ ਗੀਤ ਮੇਰਾ ਉਹਦੇ ਤੇ ਚੱਲਦਾ ਰਿਹਾ। ਜਾਂ ਕਿਕਰਾਂ ਵੀ ਲੰਘੀ ਨਹੀਂ ਤੂੰ ਬੇਰੀਆਂ ਵੀ ਲੰਘੀ, ਬਸ ਲੰਘਣੇ ਰਹਿ ਗਏ ਰਿੰਡਣੀ, ਨੇੜੇ ਆ ਗਿਆ ਹਾਨਣੇ ਉਸ ਤੇ ਸਹੁਰਿਆਂ ਦਾ ਪਿੰਡ। ਹਾਂਜੀ ਹਾਂਜੀ, ਬੜਾ ਉਹਨਾਂ ਨੇ ਉਹਦੇ ਵਿੱਚ ਨਾ ਇਹ ਕੀ ਕਰਦੇ ਆ, ਇਹ ਮੰਚ ਸੰਚਾਲਨ ਕਰ ਲੈਂਦੇ ਆ ਸਟੇਜ ਤੇ 5 ਮਿੰਟਾਂ ਵਾਸਤੇ, ਜੀ ਜੀ, ਉਸ ਨੂੰ ਫਿਰ ਇੱਕ ਤੇ ਡਿਲੀਟ ਕਰ ਦਿੰਦੇ ਆ ਹਾਂ, ਤੇ ਨਵਾਂ ਗੀਤ ਦਾ ਨਵਾਂ ਉਹ ਕਰਦੇ ਆ ਉੱਥੇ ਹੀ। ਲੋਕਾਂ ਨੂੰ ਐ ਹੋ ਜਾਂਦਾ ਵੀ ਇਹ ਸੱਸ ਤੇ ਜਵਾਈ ਆ। ਇੱਕ ਮੇਰਾ ਗੀਤ ਸੀ ਹੈ ਨਹੀਂ ਸੱਸੇ ਮੇਰੀ ਕੇ ਮੈਂ ਇੱਥੋਂ ਜੋਗਾ ਰਹਿ ਗਿਆ, ਉਹਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਕਰਦੇ। ਤਾਂ ਮੇਰੇ ਜ਼ਿਆਦਾਤਰ ਗੀਤ ਪਰਿਵਾਰਕ ਡਰਾਮੇ ਸੀ, ਜਾਂ ਮੈਂ ਕਹਿੰਦਾ ਸੀ ਮੈਨੂੰ ਸੌਖੇ ਹੋ ਗਏ ਸੀ ਲਿਖਣੇ। ਪਰ ਤੁਸੀਂ ਸਾਨੂੰ ਉਹ ਗੱਲ ਦੱਸੋ ਵੀ ਜਿਹੜੀ ਨਾ ਪੱਟ ਦਿੱਤੀ ਗੁੱਤ ਮੈਂ ਚੜੇਲ ਸੱਸ ਦੀ, ਇੱਕ ਪਾਸੇ ਤੁਸੀਂ ਸੱਸ ਨੂੰ ਚੜੇਲ ਬਣਾਇਆ। ਨਹੀਂ, ਉਹ ਤੁਹਾਨੂੰ ਮੈਂ ਦੱਸਦਾ, ਮੈਂ 2 ਗੀਤ ਲਿਖੇ। ਇੱਕ ਤਾਂ ਮੈਂ ਗੀਤ ਲਿਖਿਆ ਚੁੜੇਲ ਦਾ ਜੀ, ਇੱਕ ਮੈਂ ਲਿਖਿਆ ਮਾਂ ਦਾ। ਮੈਂ 2 ਗੀਤ ਲਿਖੇ। ਮੈਂ ਕਿਹਾ ਲੈ ਜਰਾ ਮਾਂ ਦਾ ਗੀਤ ਪਹਿਲੇ ਵਾਰੀ ਇਹਨੂੰ ਪ੍ਰਵਾਨ ਕਰਨਗੇ। ਤੇ ਉਹਦੇ ਬੋਲ ਕੀ ਸੀ ਜਿਹੜਾ ਬਾਂ ਦਾ ਸੀ? ਮਾਂ ਦਾ ਸੀ, ਉਹਦੇ ਸੀਗਾ ਪਿੰਡ ਦੇ ਧਰਤੀ ਦਾ ਪੁੜ ਹਿਲਦਾ, ਉਹਦੇ ਸਾਹਾਂ ਚ ਸੁਗੰਧ ਜਿਹੀ ਆਵੇ, ਪਿੰਡ ਦੇ ਚਵਾਰੇ ਗੂੰਜਦੇ, ਕੁੜੀ ਗਿੱਧੇ ਚ ਬੋਲੀਆਂ ਪਾਵੇ। ਜੀ, ਉਹਦਾ ਲਾਸਟ ਅੰਤਰ ਸੀ ਦਿਓਰ ਮੇਰਾ ਵੀਰ ਵਰਗਾ, ਕਹਿੰਦੀ ਸੱਸ ਮਿਲ ਗਈ ਮਾਂ ਵਰਗੀ, ਵਾਹ ਵਾਹ, ਰਿਸ਼ੀਆਂ ਦੇ ਨਾਂ ਵਰਗੀ, ਉਹ ਸਹੁਰੇ ਦੀ ਸਿਫਤ ਜਿਹੀ ਕਰਦੀ ਕੀ ਬਾਤ, ਕਰ ਗਈ। ਸ਼ਰਮੀਲੇ ਵਾਰਿਆ ਹਗੇ ਖੁੰਡ ਫੁੱਲ ਖਿੜਦੇ ਜਦੋਂ ਸ਼ਰਮੀਲੇ ਵਾਰਿਆ ਹਗੇ ਫੁੱਲ ਖਿੜਦੇ ਜਦੋਂ ਮੁਸਕਾਵੇ, ਪਿੰਡ ਦੇ ਚਵਾਰੇ ਗੂੰਜਦੇ, ਕੁੜੀ ਗਿੱਧੇ ਚ ਬੋਲੀਆਂ ਪਾਵੇ। ਅੱਛਾ ਜੀ, ਇਹਦੇ ਚ ਉਹ ਚੀਜ਼ ਨੂੰ ਮੈਂ ਪੇਸ਼ ਕੀਤਾ ਸੀ। ਮੈਨੂੰ ਬੜਾ ਅਫਸੋਸ ਵੀ ਹੋਇਆ ਵੀ ਯਾਰ ਚੁੜੇਲ ਵਾਲਾ ਸਾ ਪਾਪੂਲਰ ਹੋ ਗਿਆ, ਇਹਨੂੰ ਕਿਸੇ ਨੇ ਚੱਕਿਆ ਨਹੀਂ। ਤੇ ਫਿਰ ਤੁਸੀਂ 2 ਬਰਾਬਰ ਹੀ ਕਿਉਂ ਲਿਖਿਆ ਵੀ ਇੱਧਰ ਚੜੇਲ ਬਣਾਤਾ? ਉਹ 2 ਬਰਾਬਰ ਲਿਖਣੇ ਸੀ ਵੀ ਕਿਹੜਾ ਪ੍ਰਵਾਨ ਹੁੰਦਾ। ਇਹ ਵੀ ਇੱਕ ਨਵੇਂ ਤਜਰਬੇ ਸੀ। ਮੈਂ 2 ਗੀਤ ਲਿਖਿਆ। ਅੱਛਾ ਜੀ, ਪਹਿਲੇ ਪੈਰ ਨੂੰ ਚੰਨ ਚੜ ਜਾਂਦਾ, ਇਹ ਵੀ 2 ਗੀਤ ਸੀ। ਅੱਛਾ ਜੀ, ਕਿਉਂਕਿ ਮੈਂ ਜਿਹੜਾ ਸੀਗਾ ਨਾ ਸਾਹਿਤ ਵਾਲੇ ਪਾਸਿਓਂ ਆਇਆ ਸੀ, ਪੰਜਾਬੀ ਸਾਹਿਤ ਵਾਲੇ ਪਾਸੇ ਜਦੋਂ ਮੈਂ ਗਿਆ, ਉਦੋਂ ਜਿਹੜੇ ਮੇਰੇ ਗੀਤ ਸੀਗੇ ਉਹ ਇਸ ਤਰ੍ਹਾਂ 2 ਕਰਕੇ ਲਿਖੀ ਜਾਣੇ ਉਹ ਸੀਗੇ। ਕਿਉਂਕਿ ਜਿਹੜੇ ਹੈ ਨਾ ਮੈਗਜ਼ੀਨਾਂ 'ਚ ਛਾਪਣ ਵਾਸਤੇ, ਜੀ ਜੀ ਜੀ, ਉਹ ਗੀਤ ਮਾਂ ਦਾ ਗੀਤ ਲਿਖਿਆ। ਤੇ ਜਿਹੜੀ ਪੰਜਾਬੀ ਲੋਕ ਗਾਇਕੀ ਬਾਰੇ ਜਦੋਂ ਆਪਾਂ ਗੀਤ ਲਿਖਦੇ ਆ ਤਾਂ ਉੱਥੇ ਲੋਕਾਂ ਦੀ ਰੁਚੀ ਨੂੰ ਮੁੱਖ ਰੱਖਿਆ ਜਾਂਦਾ ਹੈ ਜੀ। ਤੇ ਤੁਹਾਨੂੰ ਅੱਜ ਤੱਕ ਇਹ ਉੱਥੇ ਨਹੀਂ ਲੱਗਿਆ ਆਪ ਦਾ ਜਿਹੜਾ ਹੈ ਨਾ, ਇੱਕ ਗੀਤਕਾਰ ਆਪਣੇ ਆਪ ਨੂੰ ਮਨਫੀ ਕਰ ਦਿੰਦਾ ਉਹਦੇ 'ਚ। ਜੀ ਜੀ ਜੀ, ਉਹ ਕਰਨਾ ਵੀ ਚਾਹੀਦਾ। ਪੰਜਾਬ ਦੀ ਲੋਕ ਗਾਇਕੀ ਨੂੰ ਜੇ ਅਸੀਂ ਮੁੱਖ ਰੱਖ ਕੇ ਗੀਤ ਲਿਖਦੇ ਆ ਤਾਂ ਉਹੀ ਗੀਤ ਚੱਲਦੇ ਆ। ਜੇ ਤੁਸੀਂ ਆਪਦੀਆਂ ਜ਼ਿਆਦਾ ਵਿੱਚ ਮੱਤਾਂ ਭਰਦੇ ਹੋ ਨਾ, ਉਹ ਕਹਿਣਗੇ ਛੱਡ ਯਾਰ ਇਹ ਤਾਂ ਬੜਾ ਓਵਰ ਹੋਇਆ ਪਿਆ ਕੰਮ, ਸਾਡੇ ਹਜਮ ਨਹੀਂ ਆਉਂਦਾ, ਉਲਟੀਆਂ ਲੱਗ ਜਾਣਗੀਆਂ। ਤੇ ਤੁਹਾਨੂੰ ਅੱਜ ਤੱਕ ਇਹ ਨਹੀਂ ਲੱਗਾ ਵੀ ਭਾਈ ਚੜੇਲ ਦੀ ਵੱਧ ਮਸ਼ਹੂਰੀ ਹੈ, ਲੋਕ ਪਸੰਦ ਇਹਨੂੰ ਵੱਧ ਕਰਦੇ ਆ? ਉਹ ਅਸਲ 'ਚ ਕਮੇਡੀ ਗੀਤ ਸੀ। ਕਮੇਡੀ ਆ ਨਾ ਜਦੋਂ ਗੀਤਾਂ 'ਚ ਪਾਉਣਾ, ਮੈਂ ਜ਼ਿਆਦਾ ਗੀਤਾਂ 'ਚ ਕਮੇਡੀ ਪਾਈ ਹੈ। ਜੀ, ਪੈਂਦੀ ਏ ਛਣਕ ਮੇਰੀ ਵੰਗ ਵੇ। ਅਸਲ ਦੇ ਵਿੱਚ ਜਦੋਂ ਮੈਂ ਸਦੀਕ ਸਾਹਿਬ ਦੇ ਗੀਤ ਲਿਖਣ ਲੱਗਾ ਨਾ, ਤੁਹਾਨੂੰ ਦੱਸਾਂ, ਮੈਂ ਕਿਹਾ ਯਾਰ ਗੀਤ 2 ਗਾਣੇ ਵੀ ਲਿਖੀਏ। ਅਸਲ 'ਚ ਉਦੋਂ ਜਿਹੜਾ ਸੀਗਾ ਨਾ ਯੁੱਗ, ਉਦੋਂ ਅੰਧਘੋਰ ਜਿਹਾ ਸੀਗਾ 2 ਗਾਣਿਆਂ 'ਚ, ਜ਼ਿਆਦਾ ਖੁੱਲ੍ਹੇ ਤੇ ਉਹ ਸੀਗੇ। ਹੁਣ ਮੈਂ ਵੀ ਇਸ ਫੀਲਡ ਦੇ ਵਿੱਚ ਆਉਣਾ ਸੀ, ਤਾਂ ਮੈਂ ਹਰੇਕ ਗੀਤ ਦੇ ਵਿੱਚ ਦੇਖਿਆ ਵੀ ਆਪਾਂ ਇਹਨਾਂ ਨੂੰ ਪੇਸ਼ ਕਿਵੇਂ ਕਰੀਏ ਕਿ ਲੋਕਾਂ ਦੇ ਵਿੱਚ ਇਹ ਪਾਪੂਲਰ ਹੋਣ। ਤੇ ਮੈਂ ਫਿਰ ਕਮੇਡੀ ਹੈ ਜਿਹੜੀ ਉਹ ਕੀਤੀ। ਜਿਵੇਂ ਪੈਂਦੀ ਏ ਛਣਕ ਮੇਰੀ ਵੰਗ ਵੇ, ਮੇਰੇ ਵੱਸ ਨਾ ਗੱਭਰੂਆ, ਉਹ ਗੀਤਾਂ ਨੂੰ ਜਦੋਂ ਮੈਂ ਇਹਦੇ 'ਚ ਰੱਖਿਆ ਤਾਂ ਹਰੇਕ ਗੀਤ ਲਿਖ ਕੇ ਮੈਂ ਸੋਚਦਾ ਸੀ ਹੁਣ ਇਹਦਾ ਐਂਡ ਕਿਵੇਂ ਕਰਨਾ ਹੈ, ਇਹਦਾ ਕਿਰਦਾਰ ਕਿਵੇਂ ਪੇਸ਼, ਕਰੈਕਟਰ ਨੂੰ ਇਸ ਨੂੰ ਕਿਵੇਂ ਪੇਸ਼ ਕਰਨਾ ਹੈ। ਤਾਂ ਉਹਦੇ ਵਿੱਚ ਉਹ ਕਹਿੰਦਾ ਵੀ ਪੈਂਦੀ ਏ ਛਣਕ ਮੇਰੀ ਵੰਗ ਵਿੱਚ ਲਿਖਿਆ ਵੀ ਉਹਦੇ 'ਚ ਲਾਸਟ ਮੈਂ ਐਂਡ ਕੀਤਾ, ਇਹ ਤਾਂ ਐਵੇਂ ਗੱਲੀ ਵਰਤੀ ਤੈਨੂੰ ਮੈਂ ਡਰਾਉਣੀ ਆ, ਅੱਠੇ ਪੈਰ ਪੱਟੂਆ ਨਾ ਤੇਰਾ ਹੀ ਧਿਆਉਣੀ ਆ, ਪੁੱਛ ਪੱਕੇ ਵਾਲੇ ਸ਼ਰਮੀਲੇ ਕੋਲੋਂ ਜਾ ਕੇ ਇੱਥੇ ਕਿਹਦੀ ਆ ਮਜਾਲ ਜਾਵੇ ਖੰਘ ਵੇ, ਮੇਰੇ ਵੱਸ ਨਾ ਗੱਭਰੂਆ ਪੈਂਦੀ ਏ ਛਣਕ। ਪਹਿਲਾਂ ਉਹਨੂੰ ਇਹ ਆਪਸ ਵਿੱਚ ਦੀ ਨੋਕ ਝੋਕ ਚੱਲਦੀ ਰਹਿੰਦੀ ਹੈ, ਇੱਕ ਦੂਜੇ ਨੂੰ ਛੇੜਨ ਦਾ ਚੱਲਦਾ। ਦੂਸਰਾ ਫਿਰ ਮੈਂ ਗੀਤ ਜਦੋਂ ਲਿਖਣ ਲੱਗਿਆ, ਹੌਲੀ ਫੁੱਲ ਤਿੱਤਰਾਂ ਦੇ ਫੰਗ ਵਰਗੀ, ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ। ਹੁਣ ਮੈਂ ਕਿਹਾ ਜੱਟੀ ਦਾ ਜਿਹੜਾ ਕਿਰਦਾਰ ਯਾਰ
ਘਟੀਆ ਜਿਹਾ ਪੇਸ਼ ਕਰੀ ਜਾਂਦੇ ਆ। ਤੂੰ ਕੀ ਲਿਖੇਂਗਾ ਇੱਥੇ? ਉਹ ਜਦੋਂ ਗੀਤ ਮੰਗਦਾ ਸੀ ਉਹਦੇ ਵਿੱਚ ਲਿਖਿਆ, ਮੰਨਿਆ ਮੈਂ ਸਾਰੀਆਂ ਚੋਂ ਸ਼ੈਲ ਵੇ ਜੱਟਾ, ਪਰਨਾ ਦਿਲਾਂ ਚ ਭੋਰਾ ਮੈਲ ਵੇ ਜੱਟਾ, ਜੱਗ ਦੀ ਨਜ਼ਰ ਪਰ ਠੱਗ ਵਰਗੀ ਹੈ, ਜੀ। ਧੁੱਪ ਵਿੱਚ ਲੱਗਾ ਨੇਰੀ ਅੱਗ ਵਰਗੀ। ਇਹ ਮੈਂ ਹਰ ਚੀਜ਼ ਨੂੰ ਮਤਲਬ ਇੱਕ ਮੈਂ ਗੀਤ ਲਿਖਿਆ ਵੀ ਮੈਂ ਗਾਜਰ ਵਰਗੀ ਚੋਂ ਚੋਂ ਪੈਂਦਾ ਰੰਗ, ਸੀਮਾਨ ਜਾਣ ਵਾਲਾ। ਹਾਂ ਸੀਮਾ। ਕੋਈ ਤਾਂ ਉਹ ਮੈਨੂੰ ਵੀ ਕਹਿੰਦਾ ਚਲੋ- ਮਿਸ਼ਰੀ, ਕੋਈ ਕਹਿੰਦਾ ਗੁਲਕੰਦ, ਵੀ ਮੈਂ ਗਾਜਰ ਹਾਂ, ਵਰਗੀ ਉਹਨੇ ਵੀ ਚੋਚੋ ਪੈਂਦਾ ਗਾਤਾ। ਰੰਗ। ਹਾਂ, ਉਹਨੇ ਵੀ ਆਪਦਾ ਤੋੜ ਕੇ ਗਾ ਲਿਆ। ਚੱਲ ਮੈਨੂੰ ਕੋਈ ਇਤਰਾਜ਼ ਨਹੀਂ। ਉਹ ਜਦੋਂ ਮੈਂ ਲਿਖਦਾ ਫਿਰ ਮੈਂ ਉਹ ਗੀਤ ਦਾ ਲਾਸਟ ਜਿਹੜਾ ਆਂਦਾ ਸੀਗਾ ਵੀ ਮਹੇ ਨੂੰ ਕਿਵੇਂ ਮਕਾਈਏ, ਉੱਥੇ ਫਿਰ ਉਹਨੂੰ ਹੋਰ ਮੋੜ ਦਿੱਤਾ। ਸੱਚੀ ਗੱਲ ਸ਼ਰਮੀਲਾ ਕਹਿੰਦਾ ਪੈਣ ਇਸ਼ਕ ਵਿੱਚ ਘਾਟੇ, ਸੱਚੀ ਗੱਲ ਸ਼ਰਮੀਲਾ ਕਹਿੰਦਾ ਪੈਣ ਇਸ਼ਕ ਵਿੱਚ ਘਾਟੇ, ਇਹ ਦੁਨੀਆ ਦੇ ਕੱਚੇ ਰਿਸ਼ਤੇ ਟੁੱਟ ਜਾਵਣ ਦਬਾਟੇ, ਬਿਨਾਂ ਬਾਲਣੋਂ ਮਚਨ ਹੱਡੀਆਂ ਪੈਣ ਕਾਲਜੇ ਸਾਲਣੀ ਤੇ ਰੰਗ ਦੀ ਹਾਨਣੀ, ਛਿੜਦੀ ਭੱਠੀ ਤੇ ਗੱਲ। ਇੱਥੇ ਫਿਰ ਉਹਨੂੰ ਇਹ ਮੋੜ, ਮਤਲਬ ਮੈਂ ਹਰੇ ਗੀਤਾਂ ਦੇ ਵਿੱਚ ਨਾ ਸੋਚਦਾ ਰਿਹਾ ਵੀ ਗੀਤਾਂ ਨੂੰ ਯਾਰ, ਕਿਉਂਕਿ ਉਹਦਾ ਜਿਹੜਾ ਸਮਾਂ ਸੀਗਾ ਉਦੋਂ ਬੜਾ ਖਤਰਨਾਕ ਸਮਾਂ ਸੀ, ਉਹ ਸਿੱਧੇ ਤੌਰ ਤੇ ਚੱਲੀ ਜਾਂਦੇ ਸੀਗੇ। ਜੀ 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 ਜੀ। ਤਾਂ ਹਰ ਗੀਤ ਦੇ ਵਿੱਚ ਮੈਂ ਉੱਥੇ ਬੈਠ ਕੇ ਸੋਚਦਾ ਰਿਹਾ, ਤਾਂ ਮੇਰੇ ਗੀਤ ਉਹ ਕਾਮਯਾਬ ਹੋਏ। ਤੇ ਆਪਾਂ ਨਾ ਗੱਲਬਾਤ ਆ ਜਿਹੜੀ ਸ਼ਰਮੀਲਾ ਸਾਹਿਬ ਜਾਰੀ ਰੱਖਣੀ ਆ, ਪਰ ਪਹਿਲਾਂ ਨਿੱਕਾ ਜਿਹਾ ਵਕਫਾ ਲੈ ਲਈਏ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਸਵਰਨ ਸਿੰਘ ਟਾਣਾ ਤੇ ਸਾਡੇ ਦੋਵਾਂ ਦੇ ਨਾਲ ਮੌਜੂਦ ਨੇ ਜਨਕ ਸ਼ਰਮੀਲਾ ਜੀ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਉਂਦੇ ਹਾਂ। ਸ਼ਰਮੀਲਾ ਸਾਹਿਬ, ਬਲਕਾਰ ਸਿੱਧੂ, ਮੁਹੰਮਦ ਸਦੀਕ, ਰਣਜੀਤ ਕੌਰ ਦੀ ਗੱਲ ਕਰ ਲਈ। ਹਾਂਜੀ ਤੁਹਾਡੇ ਗੀਤ ਤਾਂ ਅਨੁਰਾਧਾ ਪੌਡਵਾਲ ਨੇ ਵੀ ਗਾਏ ਆ, ਹਾਂਜੀ। ਉਹ ਕਿਹੜੇ ਕਿਹੜੇ ਸੀ? ਉਹ ਗੀਤ ਹੀ ਇੱਕ ਤਾਂ ਪਹਿਲੇ ਪੈਰ ਨੂੰ ਚੰਚੜ ਜਾਂਦਾ, ਜਿਹੜਾ ਮੈਂ ਸਾਹਿਤਕ ਗੀਤ ਪਹਿਲਾਂ ਲਿਖਿਆ ਸੀ ਉਹ ਇਹਦੇ ਵਿੱਚ ਆਇਆ। ਹੋਰ ਵੀ ਕਈ ਇਹਦੇ ਚ ਮਤਲਬ 7-8 ਗੀਤ ਸੀ ਮੇਰੇ। ਕਿਹੜੇ ਕਿਹੜੇ ਹੋਰ ਕਲਾਕਾਰਾਂ ਨੇ ਗੀਤ ਗਾਏ ਤੁਹਾਡੇ? ਇਹਦੇ ਚ ਨਿਰਮਲ ਸਿੱਧੂ, ਸੁਖਪਾਲ ਪਾਲੀ, ਆਪਣਾ ਗੋਰਾ ਚੱਕ ਵਾਲਾ, ਆਪਣਾ ਹਰਦੇਵ ਮਾਹੀ ਨੰਗਲ, ਤਾਂ ਜੈਜਮ ਸ਼ਰਮਾ ਮੁੰਡਾ ਬੰਬੇ ਤੋਂ ਹੈ, ਬੜਾ ਸੋਹਣਾ ਮਿਊਜ਼ਿਕ ਦਾ ਕੰਮ ਕਰ ਰਿਹਾ। ਹੁਣ ਵੀ ਉਹ ਮੇਰੇ ਹਿੰਦੀ ਗੀਤਾਂ ਤੇ ਵੀ ਉਹ ਕਰ ਰਿਹਾ, ਜੀ। ਸੂਫੀਆਨਾ ਕਲਾਮ ਦੇ ਵੀ ਗੀਤ ਗਾ ਰਿਹਾ। ਜਸਵੀਰ ਜੱਸੀ ਗੁਰਦਾਸਪੁਰ ਵਾਲਾ। ਹਾਂ ਹਾਂਜੀ, ਦਿੱਲੀ ਕੁੜੀ ਗੁਜਰਾਤ ਦੀ ਜਿਹਨੇ ਉਹ ਕੀਤਾ। ਤੇ ਇਹਨਾਂ ਨੇ ਮੇਰੇ ਬਹੁਤ ਸਾਰੇ ਕਲਾਕਾਰ ਹੈ, ਜੇ ਮੈਂ ਲਿਸਟ ਪੜ੍ਹਾਂ, ਕਨਵਰ ਗਰੇਵਾਲ ਨੇ ਸੀਗਾ, ਨਰਿੰਦਰ ਬੀਬਾ, ਕੁਲਦੀਪ ਮਾਨਕ, ਪਰਮਿੰਦਰ ਸਿੱਧੂ, HS ਭਜਨ, ਤੇ ਇਹ ਮਤਲਬ ਆਦਾ ਉਦੋਂ ਬਾਅਦ ਇਹ ਆ ਗਿਆ ਜੀ ਨੂਰਾ ਸਿਸਟਰ ਨੇ ਹੁਣ ਮੇਰੀ ਰਿਕਾਰਡਿੰਗ ਕਰਾਈ ਹੈ ਸੂਫੀਆਨਾ ਕਲਾਮ ਦੇ ਵਿੱਚ। ਦੇਖੋ ਇਹ ਆ ਪ੍ਰਾਪਤੀ ਅਸਲ ਦੇ ਵਿੱਚ, ਆਪਦੇ ਗੀਤ ਵੀ ਪੜ੍ਹ ਕੇ ਦੱਸਣੇ ਪੈਂਦੇ ਵੀ ਕਿਹਨੇ ਕਿਹਨੇ ਗਾਤੇ। ਹਾਂ ਬਿਲਕੁਲ ਸਹੀ। ਨਹੀਂ ਤਾਂ ਮੇਰੇ ਕਿਹੜੇ 3 ਗਾਣੇ ਰਿਕਾਰਡ ਹੋਏ ਹੁੰਦੇ, ਚੌਥੇ ਨੂੰ ਵੈਸੇ ਨਹੀਂ ਟਿਕਣ ਦਿੰਦਾ। ਉਹ ਤਾਂ ਹੁਣ ਮੇਰੇ ਪਰਮਾਤਮਾ ਭਲੀ ਕਰੇ ਜੀ। ਜਿਵੇਂ ਮੈਂ 2000 ਦੇ ਕਰੀਬ ਗੀਤ ਲਿਖੀ ਬੈਠਾ ਸੂਫੀਆਨਾ ਕਲਾਮ ਸਨੇ ਜਾਂ ਹਿੰਦੀ ਦੇ, ਤਾਂ ਇਹ ਬਹੁਤ ਸਾਰੇ ਹੁਣ ਲਗਾਤਾਰ। ਹਿੰਦੀ ਦੇ ਤੁਸੀਂ ਕਿਵੇਂ ਲਿਖਦੇ ਹੋ? ਹਿੰਦੀ ਦੇ ਮੈਂ ਨਾ ਮੇਨ ਜਿਹੜਾ ਮੁੱਖ ਰੱਖ ਕੇ ਲਿਖਦਾ, ਕਿ ਲਿਖਦਾ ਤਾਂ ਵੈਸੇ ਮੈਂ ਫਿਲਮਾਂ ਵਾਸਤੇ ਮੇਨ ਜਿਹੜਾ ਹੁਣ ਟੀਚਾ ਜਿਹੜਾ ਮੈਂ ਉੱਥੇ ਜਾਣਾ। ਕੁਛ ਗੱਲਾਂ ਕਰਕੇ ਰੁਕਾਵਟਾਂ ਵੀ ਉਹਦੇ 'ਚ ਆਈਆਂ, ਤਾਂ ਮੈਂ ਉਹ ਹਿੰਦੀ ਦੇ ਮਤਲਬ ਪਹਿਲਾਂ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਉੱਥੇ ਨਾ ਆਪਦਾ ਯੋਗਤਾ ਦਿਖਾਉਣੀ ਪੈਂਦੀ ਹੈ ਵੀ ਕਿੱਥੋਂ ਕੁ ਤੱਕ ਲਿਖ ਸਕਦੇ। ਮੈਂ ਉੱਥੇ ਗਜ਼ਲਾਂ ਵੀ ਲਿਖੀਆਂ, ਗਜ਼ਲਾਂ ਤੋਂ ਬਾਅਦ ਜਿਹੜਾ ਲਿਖਿਆ ਇਹ ਨਜ਼ਮਾਂ ਵੀ ਲਿਖੀਆਂ। ਤਾਂ ਮੈਂ ਉਹਨਾਂ ਨੂੰ ਇਹ ਦੱਸਿਆ, ਮੈਂ 2 ਮਿੰਟਾਂ 'ਚ ਉਹ ਰਚਨਾਵਾਂ ਨਿਬੇੜ ਦੂੰ, ਸਾਂਝੀਆਂ ਕਰ ਦਿਓ। ਹਾਂ, ਉਹ ਮਤਲਬ ਇਹ ਹੈ ਵੀ ਮੈਂ ਜਦੋਂ ਉੱਥੇ ਗਾਇਆ ਤਾਂ ਲਿਖਿਆ ਚੀਜ਼ ਉਹਨਾਂ ਨੂੰ ਦੱਸਿਆ। ਮੈਂ ਕਿਹਾ ਜਾਨ ਮੈਂ ਨਜ਼ਮਾਂ ਵੀ ਲਿਖਦਾ ਜੀ। ਤਾਂ ਮੇਰੇ ਅੰਦਰ ਜਦੋਂ ਮੈਂ ਲਿਖਦਾ ਸੀ ਤਾਂ ਉਹਦੇ ਵਿੱਚ ਮੈਂ ਨਜ਼ਮਾਂ ਦੇ ਵਿੱਚ ਲਿਖਿਆ ਵੀ ਜਿਹੜਾ ਕਈ ਵਾਰੀ ਖਿਆਲ ਇਹੋ ਜਿਹੇ ਆ ਜਾਂਦੇ। ਮੈਂ ਇੱਕ ਤਵਾਇਫ ਤੇ ਨਜ਼ਮ ਲਿਖੀ ਜੀ ਵੀ ਯਾਰ ਕਿੱਡਾ ਵੱਡਾ ਮੰਦੀ ਦਾ ਦੌਰ ਆਇਆ, ਹਰ ਵਰਗ ਦੇ ਜਿਹੜੇ ਉੱਥੇ ਲੋਕ ਬੱਚੇ ਗਰੀਬਾਂ ਦੇ ਭੁੱਖੇ ਰਹੇ। ਤਾਂ ਇਹਦੇ ਵਿੱਚ ਇੱਕ ਤਵਾਇਫ ਦਾ ਮਤਲਬ ਮੇਰੇ ਅੰਦਰ ਇੱਕ ਤਰ੍ਹਾਂ ਦਾ ਆਇਆ ਵੀ ਯਾਰ ਉਹ ਵੀ ਕੋਈ ਖਿਆਲ ਆਇਆ ਮੇਰੇ ਅੰਦਰ। ਉਹ ਜਦੋਂ ਡਿਵੈਲਪ ਹੋਇਆ ਨਾ ਉਹ ਖਿਆਲ, ਤਾਂ ਮੈਂ ਉਹ ਨਜ਼ਮ ਲਿਖੀ। ਜਦੋਂ ਮੈਂ ਉੱਥੇ ਨਜ਼ਮ ਲਿਖੀ ਤਾਂ ਉਹਨਾਂ ਨੂੰ ਸੁਣਾਈ, ਉਹ ਕਹਿੰਦੇ ਵੀ ਤੁਹਾਡੀ ਹਿੰਦੀ ਤੇ ਵੀ ਚੰਗੀ ਪਕੜਾ, ਤਾਂ ਉਹਨਾਂ ਨੇ ਮੈਨੂੰ ਆਫਰ ਦਿੱਤੀ। ਜੀ 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 ਜੀ। ਉਹ ਤਵੈਫ ਦਾ ਹੈਗਾ ਰਾਮਕਲੀ, ਵੀ ਰਾਮਕਲੀ ਨਾਲ ਕੀ ਬੀਤਦੀ ਹੈ, ਉਹ ਤਵੈਫ ਹੈ, ਉਹਦੇ ਨਾਲ ਕੀ ਬੀਤਦੀ ਜੀ। ਇਹ ਮੈਂ ਜਲਦੀ ਤੁਹਾਨੂੰ। ਜੀ ਜੀ ਹਾਂਜੀ ਹਾਂਜੀ। वो है कि पूर्व से सवेरा आया था, मैं हार श्रृंगार लगाया था, पूजा और अर्चना की मैंने, भगवान से मोड़ ली मैंने, मेरे बच्चे बहुत ही भूखे थे, हड्डियां और पिंजर सूखे थे, रोटी की ज़रूरत बढ़ने लगी, मैं पल पल सूली चढ़ने लगी, विकने की तैयारी की मैंने, मेरे आंगन में जब शाम डली,
दीपक भी जला और मैं भी जली, दीपक भी जला मैं। शाम हुई भी है, दीवा जगा के बह जाती है भी कोई का हुआ। दीपक भी जला और मैं भी जली, सपनों में इतनी खो गई मैं, ये सोच के पागल हो गई मैं, कोई मेहरबान घर आएगा, मेरा गोश्त अब बिक जाएगा। मेरा गोश्त, चम। हाँ। सपनों में इतनी खो गई मैं, ये सोच के पागल हो गई मैं, कोई मेहरबान घर आएगा, मेरा गोश्त अब बिक जाएगा। बच्चों को भूख सताने लगी, मैं लोरी से परचाने लगी, हम तड़प तड़प कर रो रहे थे, भगवान स्वर्ग में सो रहे थे। वाह। हम तड़प तड़प कर रो रहे थे, भगवान स्वर्ग में सो रहे थे। ना चावल का एक दाना था, ना घर में नमक था एक डली, दीपक भी जला और मैं भी जली, दीपक भी जला वाह। और क्या मैं भी ख्याल जली। उड़ा रही है। गलियों में पुलिस का पहरा था, गलियों में पुलिस का पहरा था, जे जख्म और भी गहरा था। कुछ दिन से बहुत बीमार थी मैं, मजबूर थी मैं, लाचार थी मैं, ना जाने ग्राहक किधर गए थे, वो जिंदा थे या मर गए थे। बाजार का हाल भी मंदा था, जिस्मों का चौपट धंधा था, कोई जिस्म का भी खरीदार नहीं, इस ज़िंदगी तो मौत बली। कोई जिस्म का भी खरीदार नहीं, इस ज़िंदगी से तो मौत बली, दीपक भी जला और मैं भी और मैं भी जली, दीपक भी जला और मैं भी जली। क्या बहुत बात। ਵੱਡੀ ਗੱਲ ਕਹੀ। जब शहर में हुआ सवेरा था, एक घर में घोर अंधेरा था, लाशों से बदबू बह रही थी, एक लाश चीख कर कह रही थी, दोजख सी जिंदगी जी हमने, जो जहर मिली वो पी हमने, जहाँ औरत की पहचान नहीं, यहाँ पत्थर हैं भगवान नहीं। ओहो। क्या जीना जहाँ तवाइफ का, रो रो कर कह गई राम कली, दीपक भी जला और मैं भी जली, दीपक भी जला। ਬਹੁਤ ਵੱਡੀ ਖਿਆਲ ਉਡਾ ਕਿਆ ਰਹੀ ਬਾਤ ਹੈ, ਕਮਾਲ ਇਸ ਕਰ ਸਪੀਡ ਨੂੰ हाँ जी। ਕਿਸੇ ਨੇ ਪੇਸ਼ ਨਹੀਂ ਕੀਤਾ ਜਾਂ ਬਹੁਤ ਘੱਟ ਪੇਸ਼ ਕੀਤਾ ਹੋਊਗਾ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ। ਬਿਲਕੁਲ ਸਹੀ। ਭਾਵਕ ਹੋ ਗਏ ਤੁਸੀਂ। ਸੋ ਮੈਂ ਹਿੰਦੀ ਦੇ ਕੁਝ ਇਸ ਤਰ੍ਹਾਂ ਦੇ ਸਬਜੈਕਟ ਲੈਣਾ ਚਾਹੁੰਦਾ। ਤੁਹਾਡਾ ਮੂਡ ਬਦਲਦੇ ਥੋੜਾ ਜਿਹਾ। ਹਾਂਜੀ ਤੁਸੀਂ ਸਾਨੂੰ ਇੱਕ ਗਾਣਾ ਸੁਣਾਇਆ ਹਾਂਜੀ। ਜਿਹਦੇ ਵਿੱਚ ਬਲਵੰਤ ਗਾਰਗੀ ਦਾ ਵੀ ਜ਼ਿਕਰ ਹੈ। ਹਾਂ ਅਸੀਂ ਚਾਹੁੰਦੇ ਹਾਂ ਵੀ ਸੱਚੀ। ਉਹਦਾ ਰੂਪ ਵੀ ਹੋ ਜਾਏ। ਕੱਲੇ ਬਲਵੰਤ ਗਾਰਗੀ ਨਹੀਂ, ਉਹ ਅਮਰਤਾ ਸਾਰੇ ਪ੍ਰੀਤਮ, ਪਾਤਰ ਅਮਰ ਸਾਹਿਬ, ਲੋਕਾਂ ਦਾ ਨਰਿੰਦਰ ਜ਼ਿਕਰ ਸਿੰਘ ਹੈ। ਕਪੂਰ, ਜੀ। ਕਿਉਂਕਿ ਇੰਨੀ ਵੱਡੀ ਸਾਹਿਤਕ ਗੱਲ ਲਿਖਦਾ ਹੀ ਨਹੀਂ ਕੋਈ। ਸਾਹਿਤਕਾਰਾਂ ਨੂੰ ਤਾਂ ਵੈਸੇ ਹੀ ਨਹੀਂ ਮਾਣ ਮਿਲਦਾ, ਬਹੁਤ ਘੱਟ ਮਿਲਦਾ। ਹਾਂਜੀ ਹਾਂਜੀ ਮੈਂ ਚਾਹਣਾ ਕਿ ਇਸ ਤਰ੍ਹਾਂ ਦੇ ਗੀਤ ਦੋ ਗਾਣੇ ਹੋਣ, ਜੀ ਹੋਰ ਵੀ ਬੜੇ ਸਬਜੈਕਟਾਂ ਤੇ ਉੱਤੇ ਲਿਖੇ ਬਿਲਕੁਲ ਸਹੀ। ਤਾਂ ਮੈਂ ਇਹ ਚਾਹਣਾ ਵੀ ਯਾਰ ਇਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਬਿਲਕੁਲ। ਹਾਂਜੀ ਤੁਸੀਂ ਜਦੋਂ ਲਿਖਿਆ ਸੀ ਆਹ ਰਾਮਕਲੀ ਵਾਲਾ ਗੀਤ, ਹਾਂਜੀ। ਉਦੋਂ ਵੀ ਅੱਖਾਂ 'ਚੋਂ ਅਥਰੂ ਟਪਕੇ ਸੀ। ਮੈਂ ਤਾਂ ਬਹੁਤ ਰੋਇਆ ਜੀ। ਉਹਦੀ ਪੀੜ ਨੂੰ ਆਪਦੀ ਪੀੜ ਮਹਿਸੂਸ ਕੀਤਾ। ਇਹਦੀ ਸ਼ਾਰਟ ਫਿਲਮ ਬਣੂਗੀ, ਉਹ ਬੰਬੇ ਵਾਲੇ ਕਹਿੰਦੇ ਨੇ ਇਹਦੀ ਸ਼ਾਰਟ ਫਿਲਮ ਬਣਾਵਾਂਗੇ। ਕੀ ਬਾਤ ਹੈ। ਇੱਕ ਅੰਤਰਾਏ ਦਾ ਹੋਰ ਲਿਖਾਵਾਂਗੇ ਪੂਰੇ ਦਾ ਪੂਰਾ, ਤਾਂ ਇਹਦੀ ਸ਼ਾਰਟ ਫਿਲਮ ਬਣਾਵਾਂਗੇ। ਤਾਂ ਉੱਥੇ ਮੈਨੂੰ ਉਹਨਾਂ ਨੇ ਅੱਗੇ ਆਫਰ ਦਿੱਤੀ ਵੀ ਤੁਸੀਂ ਪਕੜ ਹੈ ਤੁਹਾਡੀ, ਤੁਸੀਂ ਇੱਥੇ ਕੰਮ ਕਰੋ। ਉਹ ਸਾਹਿਤਕ ਗੀਤ ਆਉਣ ਦਿਓ। ਉਹ ਹੈ ਮੁੰਡਾ ਕੁੜੀ ਤੇ ਮੁੰਡੇ ਦਾ ਗੀਤ ਹੈ, ਦੋ ਗਾਣਾ। ਜੀ ਗੱਲ ਦਿਲ ਦੀ ਦੱਸ ਤੂੰ ਮੁੰਡਿਆ ਵੇ, ਹੁਣ ਲਾਰਿਆਂ ਨਾਲ ਨਾ ਸਾਰ ਮੈਨੂੰ, ਤੂੰ ਪਿਆਰ ਦਾ ਨਾਟਕ ਕਰਦਾ ਹੈ ਜਾਂ ਸੱਚਮੁੱਚ ਕਰਦਾ ਹੈ ਪਿਆਰ ਮੈਨੂੰ। ਹਾਂ। ਉਹ ਕਹਿੰਦਾ ਇੱਕ ਤੇਰੇ ਕਰਕੇ ਵਸਦਾ ਨਹੀਂ ਇਹ ਸੁਪਨਿਆਂ ਦਾ ਸੰਸਾਰ ਮੇਰਾ, ਐਵੇਂ ਨਾ ਸੰਸਾ ਕਰਿਆ ਕਰ, ਤੂੰ ਕਰਿਆ ਕਰ ਇਤਬਾਰ ਮੇਰਾ। ਬਿਲਕੁਲ ਠੀਕ। ਉਹ ਕਹਿੰਦੀ ਤੂੰ ਨੂਰਪੁਰੀ ਦਾ ਗੀਤਾ ਵੇ, ਜਦੋਂ ਮਿੱਠੜਾ ਬੋਲ ਜਾ ਬੋਲ ਦਿੰਦਾ, ਅੰਦਾਜ਼ ਤੇਰਾ ਮਲਵਈਆਂ ਦਾ ਮੇਰੀ ਰੂਹ ਵਿੱਚ ਮਿਸ਼ਰੀ ਘੋਲ ਦਿੰਦਾ। ਵਾਹ ਵਾਹ। ਬਲਵੰਤ ਗਾਰਗੀ ਵਰਗਾ ਤੂੰ ਲੱਗਦਾ ਹੈ ਨਾਟਕਕਾਰ ਮੈਨੂੰ, ਕੀ ਬਾਤ ਹੈ। ਤੂੰ ਪਿਆਰ ਦਾ ਨਾਟਕ ਕਰਦਾ ਹੈ ਜਾਂ ਸੱਚਮੁੱਚ ਕਰਦਾ ਹੈ ਪਿਆਰ ਮੈਨੂੰ। ਬਹੁਤ ਹੋ। ਉਹ ਕਹਿੰਦਾ ਜਸਵੰਤ ਕਮਲ ਦੇ ਨਾਵਲਾਂ ਨੂੰ ਬੜੀ ਰੂਹਦਾਰੀ ਨਾਲ ਪੜ੍ਹਿਆ ਮੈਂ। ਵਾਹ ਵਾਹ। ਮੁੰਡਾ ਕਹਿੰਦਾ ਜਸਵੰਤ ਕਮਲ ਦੇ ਨਾਵਲਾਂ ਨੂੰ ਬੜੀ ਰੂਹਦਾਰੀ ਨਾਲ ਪੜ੍ਹਿਆ ਮੈਂ, ਨਰਿੰਦਰ ਸਿੰਘ ਕਪੂਰ ਦਿਆਂ ਮਣਕਿਆਂ ਨੂੰ ਮਨ ਵਿੱਚ ਜੜਿਆ ਵਾਹ ਮੈਂ, ਵਾਹ। ਪਾਤਰ ਦੇ ਸ਼ੇਰਾਂ ਵਰਗਾ ਏ ਬੜਾ ਸ਼ਾਨਦਾਰ ਕਿਰਦਾਰ ਮੇਰਾ, ਐਵੇਂ ਨਾ ਸੰਸਾ ਕਰਿਆ ਕਰ, ਤੂੰ ਕਰਿਆ ਕਰ ਇਤਬਾਰ ਮੇਰਾ। ਕੀ ਬਹੁਤ ਬਾਤ ਹੈ। ਹੋ। ਉਹ ਕੁੜੀ ਕਹਿੰਦੀ ਮੈਨੂੰ ਤਲਖ ਹਕੀਕਤ ਜ਼ਿੰਦਗੀ ਦੀ ਦੱਸ ਗਈਆਂ ਨਜ਼ਮਾਂ ਪਾਸ਼ ਦੀਆਂ। ਵਾਹ ਵਾਹ। ਵਾਹ। ਨਜ਼ਮਾਂ ਪਾਸ਼ ਦੀਆਂ। ਉਹਨੇ ਜ਼ਿੰਦਗੀ ਦੀ ਬੜੀ ਤਲਖ ਹਕੀਕਤ ਪੇਸ਼ ਕੀਤੀ ਹੈ। ਜੀ ਬੜੇ ਇਹੋ ਜਿਹੇ ਖੁੱਲੀਆਂ ਕਵਿਤਾਵਾਂ ਬੜੀਆਂ ਬਹੁਤ ਲਿਖੇ, ਮੈਂ ਬੜਾ ਪ੍ਰਭਾਵਿਤ ਉੱਥੇ, ਬਹੁਤ ਸੋਹਣਾ ਪੜਿਆ। ਉਹ ਕੁੜੀ ਕਹਿੰਦੀ ਮੈਨੂੰ ਤਲਖ ਹਕੀਕਤ ਜ਼ਿੰਦਗੀ ਦੀ ਦੱਸ ਗਈਆਂ ਨਜ਼ਮਾਂ ਪਾਸ਼ ਦੀਆਂ, ਤਾਈਓ ਤਾਂ ਮੇਰੀਆਂ ਅੱਖੀਆਂ ਵੇ ਤੇਰੇ ਪਿਆਰ ਚੋਂ ਸੱਚ ਤਲਾਸ਼ ਦੀਆਂ।
ਹਰ ਲਫ਼ਜ਼ ਅੰਮ੍ਰਿਤਾ ਪ੍ਰੀਤਮ ਦਾ ਕਰ ਜਾਂਦਾ ਹੁਣ ਹੁਸ਼ਿਆਰ ਮੈਨੂੰ। ਕੀ ਬਾਤ ਹੈ। ਤੂੰ ਪਿਆਰ ਦਾ ਨਾਟਕ ਕਰਦਾ ਹੈ ਜਾਂ ਸੱਚਮੁੱਚ ਕਰਦਾ ਪਿਆਰ ਮੈਨੂੰ। ਉਹ ਕਹਿੰਦੀ ਇਹ ਅੰਮ੍ਰਿਤਾ ਪ੍ਰੀਤਮ ਦੱਸ ਗਈ ਵੀ ਬੰਦਾ ਬਾਹਲਾ ਉਹ ਨਹੀਂ ਹੁੰਦਾ ਐਵੇਂ ਨਾ ਉਹ ਕਹਿੰਦੇ ਸ਼ਰਮੀਲਾ ਹਰਗਿਜ਼ ਨਹੀਂ ਚਾਹੁੰਦਾ ਸਾਡਾ ਪਿਆਰ ਤਰਸਦਾ ਰਹਿ ਜਾਵੇ। ਹਾਂ ਸਾਨੂੰ ਸ਼ਿਵ ਦੇ ਗੀਤਾਂ ਵਾਂਗੂ ਨਾ ਹਿਜਰਾਂ ਵਿੱਚ ਰੋਣਾ ਪੈ ਜਾਵੇ। ਵਾਹ ਵਾਹ। ਪੱਥਰ ਤੇ ਵਾਹੀ ਲੀਕ ਜਿਹਾ ਤੂੰ ਸਮਝ ਲਵੀਂ ਇਕਰਾਰ ਮੇਰਾ ਐਵੇਂ ਨਾ ਸੰਸਾ ਕਰਿਆ ਕਰ ਤੂੰ ਕਰਿਆ ਕਰ ਇਤਬਾਰ। ਬਹੁਤ ਕੀ ਖੂਬ, ਬਾਤ ਕਿਆ ਹੈ, ਬਾਤ ਹੈ, ਕਮਾਲ ਬਹੁਤ ਖੂਬ। ਕਰਦੇ। ਹਾਂਜੀ ਸ਼ਰਮੀਲਾ ਸਾਹਿਬ ਇੰਨਾ ਖੂਬਸੂਰਤ ਇਹ ਗੀਤ ਆ, ਛੇਤੀ ਕੋਈ ਰਿਕਾਰਡ ਕਰੇ ਤੇ ਬਹੁਤ ਮਕਬੂਲ ਹੋਵੇ। ਵਾਕਈ। ਪਰ ਤੁਸੀਂ ਦਾਦਾ ਪੋਤਾ ਆਏ ਆ, ਹਾਂਜੀ। ਰਾਹ ਦੇ ਵਿੱਚ ਪੋਤੇ ਨੇ ਆਖਿਆ ਨੇ ਵੀ ਹੁਣ ਤਾਂ ਪਿਆਰ ਪਿਓਰ ਦੀ ਉਮਰ ਮੇਰੀ ਆ। ਪਤਾ ਕੀ ਹੈ ਜੀ ਗੱਲ, ਮੈਂ ਤਾਂ ਇਹ ਸਮਝਦਾ ਵੀ ਗੀਤ ਨੂੰ ਲਿਖਣ 'ਚ 30-35 ਸਾਲ ਤੇ ਖੜ ਜੇ ਗਏ ਆ ਹਾਂ ਜਦੋਂ ਮੈਂ ਲਿਖਦਾ ਜੀ ਤੇ ਮੈਨੂੰ ਤੰਦਰੁਸਤੀ ਦੇਵੇ ਜੀ। ਵੈਸ਼ਨੂੰ ਜਾ ਹੈਗਾ ਮੈਂ ਬੰਦਾ ਵੀ ਮੈਂ ਤਾਂ ਜਰੇ ਇਹਦੇ ਤੇ ਲਾਈਏ ਟਾਈਮ, ਹੋਰ ਕਿਸੇ ਚੀਜ਼ ਤੇ ਨਾ ਲਾਈਏ। ਜੀ ਜੀ ਇੱਕ ਮੈਂ ਛੋਟੀ ਜਿਹੀ ਗਜ਼ਲ ਹਾਂ, ਉਹ ਕਰਦਾ ਉਹਦੇ ਨਾਲ ਤੁਹਾਨੂੰ। ਜ਼ਰੂਰ। ਉਹ ਕਹਿੰਦਾ गजल है कि दुनिया के इस बाजार में इंसान बिक गया, हाँ कीमत मिली अच्छी तो खुद भगवान बिक गया। क्या बात है। दौलत को पाने के लिए ज़मीर बिक गई, शोहरत को पाने के लिए ईमान बिक गया। जब धर्म कर्म शर्म सब बिकते चले गए, धरती की बात और थी आसमान बिक गया। वाह। धरती की बात और थी आसमान बिक गया। सौदागरों ने जब लगा दी मोहर धर्म की, सौदागरों ने लगा दी जब जब मोहर लगा धर्म दी की। मोहर धर्म की, महंगी दरों पे वो घटिया सामान बिक गया। क्या बात है। धर्म ਦੇ ਨਾਂ ਤੇ जो मर्जी बेच दो। बिल्कुल सही। सौदागरों ने जब लगा दी मोहर धर्म की, महंगी दरों पे वो घटिया सामान बिक गया। अमीरों ने जो शहर की बस्ती खरीद ली, प्यारा सा वो गरीबों का जहान बिक वाह गया। वाह। फुटपाथ पर जो मर गया था भूखा कलमकार, फुटपाथ पर जो मर गया था भूखा कलमकार, लाखों में उसकी गजलों का दीवान बिक गया। क्या बात है। फुटपाथ पर जो मर गया था भूखा कलमकार, लाखों में उसकी गजलों का दीवान बिक गया। पैसों की अंधी दौड़ में अनजान का काम, पैसों की अंधी दौड़ में अनजान का क्या काम, शर्मीला था अनजान वो इंसान बिक गया। वाह बहुत वाह। खूब बहुत खूब। क्या ਤਾਂ ਮੈਂ बात है। ਤੁਹਾਨੂੰ ਦੱਸਿਆ ਸੀ ਇਹਦਾ ਲਾਸਟ ਸ਼ੇਰ ਜ਼ਿਕਰ ਕੀਤਾ ਸੀ ਥੋੜਾ ਜਿਹਾ ਵੀ पैसों की अंधी दौड़ में अनजान का काम, शर्मीला था अनजान वो अनजान बिक गया। ਮੈਂ ਵੀ ਸੌਦੇ ਸੂਦੇ ਕਰ ਲਏ ਕਾਦੇ ਪੈਸੇ ਦੇ ਪ੍ਰਾਪਰਟੀ ਦੇ ਤੇ ਹੋਰ ਅੱਛਾ ਹੁਣ ਉਹ ਇਹੋ ਤਾਜ਼ੇ ਜਿਹਾ ਘਾਟਾ ਪਿਆ ਤੇ ਤਾਜ਼ੇ ਮੈਂ ਤਾਂ ਜੀ ਜਾਮੇ ਦੇ ਵਿੱਚ ਆ ਗਿਆ ਹੈ ਤਾਜ਼ੇ ਹੀ ਕਿ ਪਹਿਲਾਂ ਦੇ ਪਹਿਲਾਂ ਦੇ 2-3 ਸਾਲਾਂ ਚ ਜੀ। ਮੈਂ ਹੁਣ ਮੁੰਬਈ ਜਾਣ ਤੋਂ ਬੈਠਾ ਇਸੇ ਕਰਕੇ ਵੀ ਇਹ ਕੰਮ ਨਿਬੜੇ, ਲੈਣੇ ਦੇਣੇ ਲਾਈਏ ਤਾਂ ਆਪਾਂ ਅਣਜਾਣ ਸੀ। ਤਾਂ ਹੁਣ ਕੀ ਕਰੀਏ, ਮੈਂ ਥੋੜਾ ਜਿਹਾ ਉਧਰੋਂ ਲੇਟ ਇਸੇ ਕਰਕੇ ਹੋ ਰਿਹਾ ਜੀ ਜੀ ਜੀ। ਵੀ ਇਹਦੇ ਵਿੱਚ ਪੈਸਿਆਂ ਦੇ ਵਿੱਚ ਜਿਨ੍ਹਾਂ ਨੂੰ ਦਿੱਤੇ ਉਹ ਕਈਆਂ ਕਨੀ ਉਹ ਡੁੱਬ ਗਏ। ਕਈ ਜਿਹੜੀਆਂ ਚੀਜ਼ਾਂ ਪ੍ਰਾਪਰਟੀਆਂ ਖਰੀਦੀਆਂ ਅੱਗੇ ਵਿੱਚੋਂ ਉਹ ਮੰਦਾ ਆ ਗਿਆ ਉਹ ਡੁੱਬ ਗਈ। ਮਤਲਬ ਮੈਂ ਅੱਜ ਸੋਚਦਾ ਕਿ ਜਿਹੜੇ ਮੈਂ ਬੰਬੇ ਜਾਣ ਤੋਂ ਲੇਟ ਹੋ ਰਿਹਾ ਉਹ ਇਸ ਕਰਕੇ ਹੋ ਰਿਹਾ ਵੀ ਇੱਥੇ ਅਣਜਾਣ ਦਾ ਕੰਮ ਨਹੀਂ। ਪੈਸਿਆਂ ਦੇ ਸੰਬੰਧ 'ਚ ਲਿਖ ਜੋ ਮਰਜ਼ੀ ਲਈਏ। जी। ਗੀਤਕਾਰੀ 'ਚ ਤਾਂ ਅਸੀਂ ਬੜੇ ਸੂਫੀਆਨਾ ਕਲਾਮ ਤੋਂ ਲੈ ਕੇ ਅਸੀਂ ਬੜਾ ਕੁਝ ਕਰਨਾ ਹੈ, ਪਰ ਇਹ ਵਪਾਰਕ ਕੰਮਾਂ ਦੇ ਵਿੱਚ ਕਦੇ ਵੜਨਾ ਨਹੀਂ ਚਾਹੀਦਾ ਜਿਹੜਾ ਬਿਲਕੁਲ ਸਹੀ। ਗੀਤਕਾਰ ਹੈ ਜਾਂ ਸਿੰਗਰ ਹੈ। ਜੀ। ਉਹ ਵੈਸੇ ਤਾਂ ਕਈ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਗਾਇਕ ਉਹ ਮੂੰਹ ਡਿੱਗੇ ਆ, ਕਈ ਆਪਦੀ ਥਾਂ ਤੇ ਖੜੇ ਹੋਏ ਆ। बिल्कुल सही। ਸ਼ਰਮੀਲਾ ਸਾਹਿਬ ਬਹੁਤ ਸਾਰੇ ਗੀਤਕਾਰ ਆ ਜਿਹੜੇ ਹਾਂਜੀ ਤੁਹਾਡੇ ਪੂਰ ਦੇ ਜ਼ਿਆਦਾ, ਹਾਂਜੀ। ਨਵੇਂ ਪੂਰ ਦੇ ਵੀ ਕਈ, ਉਹਨਾਂ ਦਾ ਉਲੰਭਾ ਗਾਇਕਾਂ ਦੇ ਉੱਤੇ ਵੀ ਇਹਨਾਂ ਨੇ ਸਾਡੀ ਕਲਾ ਦਾ ਮਿਹਨਤ ਦਾ ਮੁੱਲ ਨਹੀਂ ਦਿੱਤਾ। ਹਾਂਜੀ। ਤੁਹਾਡੇ ਵੀ ਕਿਸੇ ਨੇ ਪੈਸੇ ਮਾਰੇ? ਮੇਰੇ ਪੈਸੇ ਕਿਸੇ ਨੇ ਨਹੀਂ ਮਾਰੇ, ਮੈਨੂੰ ਥੋੜੇ ਬਹੁਤੇ ਉਹ ਦਿੰਦੇ ਹੀ ਰਹੇ ਆ। ਇਹ ਨਹੀਂ ਕਿ ਮੈਨੂੰ ਕਿਸੇ ਨੇ ਨਿਰਾਸ਼ ਕੀਤਾ ਹੋਵੇ। ਤੁਸੀਂ ਆਪੇ ਮੰਗ ਲੈਂਦੇ ਸੀ ਕਿ ਤੁਹਾਨੂੰ ਸੱਜਣ ਮਿਲੇ ਹੀ ਇਹੋ ਜਿਹੇ? ਅਸਲ 'ਚ ਸੱਜਣ ਆਪ ਹੀ ਸੋਚਦੇ ਸੀ ਵੀ ਉਹਨੇ ਗੀਤ ਦੇਣਾ ਨਹੀਂ, ਤੇ ਮੈਂ ਵੀ ਗੀਤ ਉਹ ਦਿੰਦਾ ਸੀ ਵੀ ਆਪਾਂ ਗੀਤ ਤੈਨੂੰ ਯਾਰ ਤੇਰਾ ਗੀਤ ਜੇ ਤੂੰ ਸੱਚ ਦੇ ਤੌਰ ਤੇ ਚੱਲੇਗਾ ਨਾ ਅਸਲੀ ਰਸਤੇ ਤੇ ਵੀ ਉਹ ਦੇਵੇਗਾ। ਮੈਂ ਸਮਝਦਾ ਵੀ ਜਿਹੜੇ ਹੈਗੇ ਨਾ ਗਾਇਕ ਉਹ ਆਪਦੀ ਕਲਾ ਦੇ ਪੀਰ ਹੁੰਦੇ ਆ, ਤੇ ਜਿਹੜੇ ਗੀਤਕਾਰ ਹੈ ਉਹ ਆਪਦੀ ਕਲਾ ਦੇ ਫਕੀਰ ਹੁੰਦੇ ਆ। ਪੀਰਾਂ ਤੇ ਫਕੀਰਾਂ ਦੀ ਤਾਕਤ ਇੱਕੋ ਜਿਹੀ ਹੁੰਦੀ ਹੈ, ਦੋਨੇ ਘੱਟ ਨਹੀਂ ਹੁੰਦੇ। जी। ਉਹ ਕਈ ਵਾਰੀ ਜਿਹੜੇ ਗੀਤਕਾਰ ਹੈ ਪਹਿਲਾਂ ਨਾ ਉਹ ਗੀਤ ਦੇ ਦਿੰਦੇ ਆ, ਉਹ ਉਹਨਾਂ ਦੇ ਮਗਰ ਰਹਿੰਦੇ ਆ, ਗਾਇਕਾਂ ਮਗਰ ਜਾਂਦੇ ਰਹਿੰਦੇ, ਕਿੰਨੇ ਵਾਰੀ ਜਾਂਦੇ ਆ, ਤਾਂ ਉਹ ਫਕੀਰਾਂ ਵਾਂਗੂ ਹੀ ਫਿਰਦੇ ਰਹਿੰਦੇ ਆ। ਲੇਕਿਨ ਜਦੋਂ ਉਹ ਗੀਤ ਪਾਪੂਲਰ ਹੋ ਜਾਂਦੇ ਆ ਉਦੋਂ ਉਹ ਮੰਗ ਕਰਦੇ ਆ,
ਵੀ ਸਾਨੂੰ ਉਹ ਪਹਿਲਾਂ ਹੀ ਉਹ ਇਸ ਤਰ੍ਹਾਂ ਕਰਕੇ ਉਹਨਾਂ ਦੇ ਉੱਥੇ ਗੜਬੜ ਹੋ ਜਾਂਦੀ ਹੈ। ਸਾਨੂੰ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੋਇਆ ਜੀ ਕਿਉਂਕਿ ਸਦੀਕ ਸਾਹਿਬ ਨੂੰ ਮਿਲਣ ਕਰਕੇ ਉਹਨਾਂ ਨੇ ਸਾਨੂੰ ਕਦੇ ਸਾਨੂੰ ਜਾਣਾ ਹੀ ਨਹੀਂ ਪਿਆ ਦੂਸਰੇ, ਜੀ ਉਹ ਖੁਦ ਆਉਂਦੇ ਰਹੇ ਆ। ਜੀ ਹਾਂਜੀ। ਅੱਜ ਕੱਲ ਜਿਹੋ ਜੇ ਗੀਤਾਂ ਦਾ ਦੌਰ ਚੱਲ ਰਿਹਾ, ਅੱਜ ਕੱਲ ਜਿਹੋ ਜੇ ਗਾਣੇ ਚੱਲ ਰਹੇ ਨੇ ਜਿਹੜੇ ਕਿ ਨੌਜਵਾਨ ਨੂੰ ਲੀਹੋਂ ਲਾ ਰਹੇ ਨੇ, ਹਾਂਜੀ। ਉਹਦੇ ਲਈ ਅਕਸਰ ਗਾਇਕ ਜਿਹੜੇ ਨੇ ਉਹ ਗੀਤਕਾਰਾਂ ਦੇ ਸਿਰ ਤੇ ਦੋਸ਼ ਮੜਦੇ ਨੇ ਵੀ ਗੀਤਕਾਰ ਇਹੋ ਜਿਹੇ ਲਿਖਦੇ ਨੇ ਤਾਂ ਸਾਨੂੰ ਗਾਉਣੇ ਪੈਂਦੇ ਨੇ, ਤੇ ਜਿਹੜੇ ਗੀਤਕਾਰ ਨੇ ਉਹ ਗਾਇਕਾਂ ਦੇ ਸਿਰ ਤੇ ਦੋਸ਼ ਮੜਦੇ ਨੇ ਵੀ ਗਾਇਕ ਮੰਗ ਇਹੋ ਜਿਹੇ ਗੀਤਾਂ ਦੀ ਕਰਦੇ ਨੇ ਇਸ ਲਈ ਇਹੋ ਜਿਹੇ ਲਿਖਦੇ ਆ। ਸੋ ਤੁਸੀਂ ਕਿਹਨੂੰ ਕਸੂਰਵਾਰ ਮੰਨਦੇ ਹੋ ਮੈਂ ਅੱਜ? ਸਰੋਤਿਆਂ ਨੂੰ ਕਹਿਣਾ ਜੀ। ਵੀ ਆਪਦੀ ਜ਼ਿੰਮੇਵਾਰੀ ਉਹਨਾਂ ਦੀ ਫਿਕਸ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ। ਸਰੋਤੇ ਆ ਨਾ ਜਿਹੜੇ, ਉਹਨਾਂ ਨੂੰ ਮੈਂ ਸਰੋਤਿਆਂ ਨੂੰ 4 ਭਾਗਾਂ 'ਚ ਵੰਡਿਆ ਸੀ। ਮੈਂ ਆਰਟੀਕਲ ਲਿਖਿਆ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ, ਮੇਰੇ ਆਰਟੀਕਲ ਆਉਂਦੇ ਰਹੇ ਜੀ ਉਹ ਬੜੇ ਵਧੀਆ ਢੰਗ ਨਾਲ ਉਹਦੇ 'ਚ ਜਗ੍ਹਾ ਮਿਲਦੀ ਰਹੀ ਹੈ। ਉਹਦੇ 'ਚ ਗਿਰਗਟ ਸਰੋਤੇ ਵੀ ਹੈ, ਆਲੋਚਕ ਸਰੋਤੇ ਵੀ ਹੈ। ਇਹ ਕਈ ਜਿਹੜੇ ਸਰੋਤਿਆਂ ਨੂੰ ਮੈਂ ਦੇਖਦਾ ਰਿਹਾ ਕਿ ਉਹ ਨਾ ਜਿਵੇਂ ਇੱਕ ਲਫ਼ਜ਼ ਹੈ ਭੰਡੀ ਪ੍ਰਚਾਰ, ਜੀ ਜਦੋਂ ਭੰਡੀ ਸ਼ੁਰੂ ਕਰ ਦਿਓ ਉਹ ਗੀਤ ਦਾ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਫਿਲਮ ਦੀ ਭੰਡੀ ਕਰਨੀ ਸ਼ੁਰੂ ਕਰ ਦਿਓ ਤੇ ਉਹਦਾ ਪ੍ਰਚਾਰ ਸ਼ੁਰੂ ਹੋ ਜੂ ਤੇ ਉਹ ਲੱਖਾਂ ਕਰੋੜਾਂ ਕਮਾ ਜੂ। ਜੀ ਗੀਤ ਦੀ ਭੰਡੀ ਸ਼ੁਰੂ ਹੋ ਜੇ ਉਹਨੂੰ ਉਹ ਬੰਦਾ ਵੀ ਸੁਣਦਾ ਹੈ, ਉੱਤੋਂ ਫਿਰ ਉਹ ਬੀਬੇ ਰਾਣੇ ਬਣ ਕੇ ਬਹਿ ਜਾਂਦੇ ਆ। ਤਾਂ ਜਿਹੜੇ ਸਰੋਤੇ ਹੈ, ਸਰੋਤਿਆਂ ਨੂੰ ਉਹ ਹੋਣਾ ਚਾਹੀਦਾ। ਦੂਜੇ ਨੰਬਰ ਤੇ ਜਿਹੜੇ ਗੀਤਕਾਰ ਹੈ, ਕਹਿੰਦਾ ਉਹਦਾ ਪਹਿਲਾ ਫਰਜ਼ੀ ਵੀ ਇਹ ਬਣਦਾ ਵੀ ਉਹ ਮੈਟਰ ਨੂੰ ਉਹ ਗਾਉਣ। ਮੈਂ ਤਾਂ ਹੁਣ ਵੀ ਸਾਰਾ ਪੰਜਾਬ ਲਿਖਣ ਕੰਨੀ ਹੋਈ ਪਿਆ ਜੀ। ਸਾਡਾ ਜਿਹੜਾ ਪੰਜਾਬ ਹੈ ਉਹਦੇ ਤਾਂ ਥਾਂ ਥਾਂ ਤੇ ਗੀਤ ਹੈ। ਮੈਂ ਸੈਂਕੜੇ ਗੀਤ ਲਿਖੇ ਹੈ, ਉਹ ਤਾਂ ਜਰਾ ਜੇ ਲਿਖਣ ਕੰਨੀ ਹੋਈ ਪਿਆ ਪੰਜਾਬ ਤਾਂ। ਇਹਦੇ 'ਚ ਜੇ ਆਪਾਂ ਇੱਕ ਨੂੰ ਕਰੀਏ ਨਾ, ਇਹ ਸਾਰੇ ਹੀ ਤਿੰਨੇ ਰਲੇ ਹੋਏ ਹੈ। ਸਰੋਤੇ ਵੀ ਹੈ, ਉਹ ਘਰੇ ਨਾ ਸੁਣਨਗੇ, ਬਾਹਰ ਜਾ ਕੇ ਸੁਣਨਗੇ, ਜੀ ਉੱਥੇ ਆ ਕੇ ਉਹ ਬੰਦ ਕਰ ਦਿੰਦੇ ਆ। ਕੋਈ ਗੀਤ ਲਿਖਣ ਦਾ ਅਫਸੋਸ ਹੈ ਵੀ ਆ ਮੈਂ ਨਾ ਲਿਖਦਾ? ਨਹੀਂ, ਮੈਨੂੰ ਕੋਈ ਗੀਤ ਲਿਖਣ ਦਾ ਅਫਸੋਸ ਨਹੀਂ, ਕਿਉਂਕਿ ਮੈਂ ਆਲੋਚਕ ਖੁਦ ਹੀ ਸੀਗਾ। ਮੈਨੂੰ ਕੋਈ ਜਿਹੜਾ ਮੈਂ ਲਿਖਿਆ ਮੇਰੇ ਪਰਿਵਾਰ ਦੇ ਵੀ ਸੀ, ਨਾਲ ਹੀ ਉਹ ਕਰਦੇ ਸੀ। ਕੋਈ ਵੀ ਮੈਂ ਇਹ ਨਹੀਂ ਕੀਤਾ ਕਿ ਮੈਨੂੰ ਕੋਈ ਹੁਣ ਅਫਸੋਸ ਹੋਵੇ। ਕੁਛ ਵੀ ਮੈਂ ਲਿਖਤਾ ਜੀ ਉਹ ਮੈਂ ਪਹਿਲਾਂ ਸੋਚ ਕੇ ਲਿਖਿਆ। ਮੈਂ ਸ਼ੁਰੂ ਵਾਲੇ ਗੀਤਾਂ 'ਚ ਵੀ ਉੱਥੇ ਬੈਠ ਕੇ ਸੋਚਦਾ ਰਿਹਾ ਵੀ ਯਾਰ ਇਹਨੂੰ ਨਵਾਂ ਮੋੜ ਕਿਵੇਂ ਦੇਈਏ। ਪਹਿਲੇ ਗੀਤ ਮੁਹੰਮਦ ਸਦੀਕ ਵਾਲੇ ਸੀ, ਮੈਂ ਕਮੇਡੀ ਦੇਵਾਂ, ਮੇਰੇ ਤੇ ਤਾਂ ਗੱਲ ਆਉਣੀ ਚਾਹੀਦੀ ਹੈ ਵੀ ਮੇਰੇ ਤੇ ਵੀ ਲੋਕ ਹੱਸਣ, ਮੈਂ ਲੋਕਾਂ ਨੂੰ ਹੱਸਾ ਦੇ, ਉਹ ਗੀਤ ਕਾਮਯਾਬ ਹੋ ਗਏ। ਜੀ ਪਰ ਇਸ ਤਰ੍ਹਾਂ ਨਹੀਂ ਪਿਆ ਕਿਉਂਕਿ ਮੈਂ ਸਾਹਿਤ ਵਾਲੇ ਪਾਸੋਂ ਆਇਆ ਸੀ, ਇਸ ਕਰਕੇ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਨਹੀਂ ਹੋ ਸਕਿਆ। ਟੱਬਰ ਚੋਂ ਕੋਈ ਹੋਰ ਵੀ ਲਿਖਦਾ? ਟੱਬਰ ਚੋਂ ਹੋਰ ਤਾਂ ਕੋਈ ਨਹੀਂ ਲਿਖਦਾ, ਪਰ ਮੈਨੂੰ ਐਂ ਲੱਗਦਾ ਵੀ ਹੁਣ ਜੋ ਉਠਾ ਜਾ ਉੱਠਿਆ, ਇੱਕ ਛੋਟਾ ਭਾਈ ਹੈ ਮੇਰਾ ਦਵਿੰਦਰ ਦੀਪਕ, ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀ ਵੀ ਮੈਂ ਤੁਹਾਡਾ ਫੈਨ ਆ, ਮੇਰੀ ਹਾਜ਼ਰੀ ਲਵਾਇਓ ਉਹਨਾਂ ਕੋਲੇ। ਬਹੁਤ ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ ਜੀ। ਉਹ ਜ਼ਰੂਰੀ ਕਿਹਾ। ਹੁਣ ਸਾਰੋ ਆਇਆ, ਮੈਨੂੰ ਕਹਿੰਦਾ ਯਾਰ ਮੇਰੀ ਘੜੀ ਬਣ ਕੇ ਹਾਂ, ਦੂਜੀ ਘੜੀ ਪੁਰਾਣੀ ਹੈ ਹਾਂ ਤੇ ਮੇਰੀ ਆ ਹਾਜ਼ਰੀ ਲਵਾਈ, ਇਹ ਜ਼ਰੂਰੀ ਕਰਕੇ ਆਇਆ ਮੈਂ। ਵਾਹ ਵਾਹ ਵਾਹ। ਉਹ ਮੈਂ ਕਿਹਾ ਯਾਰ ਕੋਈ ਗੱਲ ਨਹੀਂ, ਮੈਨੂੰ ਘੜੀ ਚੰਗੀ ਮਾੜੀ ਦਾ ਨਹੀਂ। ਉਹਨੇ ਕਿਹਾ ਮੇਰੀ ਹਾਜ਼ਰੀ ਲਵਾਉਣੀ ਆ ਤੂੰ। ਨਹੀਂ, ਅਸੀਂ ਤਾਂ ਦਵਿੰਦਰ ਕਰਕੇ ਜੀ ਆਇਆ। ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹਾਂ, ਜੀ। ਉਹ ਵੀ ਗੀਤਕਾਰ ਹੈ, ਉਹਦੇ ਵੀ ਗੀਤਕਾਰ ਹੈ, ਵਧੀਆ ਲਿਖਣ ਲੱਗ ਗਿਆ ਉਹ। ਹੋਰ ਵੀ ਮੇਰੇ ਖਿਆਲ 'ਚ ਹੁਣ ਜਿਉਂ-ਜਿਉਂ ਉੱਠਣਗੇ ਉਹ ਲਿਖਦੇ ਆ, ਮੈਨੂੰ ਪਤਾ ਲੱਗ ਗਿਆ ਵੀ ਹੁਣ ਵਧੀਆ ਗੀਤ ਉਹ ਆਉਣਗੇ, ਬਹੁਤ ਸੋਹਣੇ ਗੀਤਾਂ। ਜੀ ਹਾਂਜੀ। ਸੋ ਕੋਈ ਐਸਾ ਗੀਤ ਜਿਹੜਾ ਲੱਗਦਾ ਹੋਵੇ ਕਿ ਜਿਹੜਾ ਰਿਕਾਰਡ ਨਾ ਹੋ ਸਕਿਆ ਹੋਵੇ ਪਰ ਲੱਗਦਾ ਹੋਵੇ ਕਿ ਇਹ ਜ਼ਰੂਰ ਰਿਕਾਰਡ ਹੋਣਾ ਚਾਹੀਦਾ ਸੀ, ਕੋਈ ਦਿਲ ਦੇ ਬਹੁਤ ਨੇੜੇ ਹੋਵੇ ਗੀਤ? ਕਾਫੀ ਮੇਰੇ ਗੀਤ ਆ ਜੀ, ਮੇਰੇ ਸੈਂਕੜੇ ਗੀਤ ਹੈ, ਮੇਰੇ 400-500 ਗੀਤ ਮੈਂ ਲਿਖੇ ਹੋਏ ਆ ਡਿਊਟ, ਤਾਂ ਉਹਨਾਂ ਦੇ ਉੱਤੇ ਮੈਂ ਕੰਮ ਮਤਲਬ ਜਦੋਂ ਆਏ। ਤੁਸੀਂ ਉਸ ਸਵਾਲ ਤੇ ਆਓ ਜਿਹੜਾ ਪੁੱਛਦੇ ਹੁੰਨੇ ਅਖੀਰ ਤੇ। ਜੀ ਚਾਹੀਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ? ਮੈਨੂੰ ਤਾਂ ਜੀ ਪਹਿਲੇ ਨੰਬਰ ਤਾਂ ਇਹ ਹੈ ਵੀ ਇੱਕ ਤਾਂ ਜਿਹੜਾ ਪ੍ਰੋਗਰਾਮ ਹੈ ਇਹ ਮੈਨੂੰ ਐਂ ਲੱਗਦਾ ਜਿਵੇਂ ਪਹਿਲਾਂ ਹੀ ਆਪਾਂ ਬਹੁਤ ਸਾਰੇ ਮਿਲਦੇ ਹੁੰਦੇ ਆ, ਪਰਿਵਾਰਕ ਪ੍ਰੋਗਰਾਮ ਬਣ ਗਏ। ਹਰੇਕ ਨਾ ਜਿਹੜੇ ਦਰਸ਼ਕ ਹੈ ਜੀ ਉਹ ਤੁਸੀਂ ਐਂ ਹੋ ਵੀ ਜਿਵੇਂ ਵਿੱਚ ਬੈਠੇ ਹੁੰਦੇ ਹੋ, ਨਵਾਂ ਜਿਹਾ ਨਹੀਂ ਲੱਗਦਾ। ਪਰ ਇੱਥੇ ਆ ਕੇ ਮੈਨੂੰ ਜਿਹੜੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ ਜਾਂ ਨਵੇਂ ਆਪਦੇ ਰੂਪ ਦੱਸਣ ਦਾ ਮੌਕਾ ਮਿਲਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ। ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡਾ ਦਿਲੀ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ। ਹਾਂਜੀ। ਤੁਸੀਂ ਬਠਿੰਡਿਓਂ ਦੂਰੋਂ ਚੱਲ ਕੇ ਜਲੰਧਰ ਆਏ ਹੋ ਹਾਂਜੀ ਹਾਂਜੀ, ਤੇ ਤੁਹਾਡੇ ਅਸੀਂ ਕੱਲੇ ਕਦਮ ਦਾ ਧੰਨਵਾਦ ਕਰਦੇ ਹਾਂ। ਨਹੀਂ ਮਿਹਰਬਾਨੀ। ਤੇ ਦੂਜੀ ਬੇਨਤੀ ਇਹ ਜੀ ਕਿ ਤੁਸੀਂ ਜਦੋਂ ਵੀ ਕੁਝ ਨਵਾਂ ਲਿਖੋ ਆਪਾਂ ਫੇਰ ਮਿਲਾਂਗੇ। ਠੀਕ ਹੈ ਜੀ, ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਠੀਕ ਹੈ, ਨੰਬਰ 9 ਰਹੋ, ਇਹਦੀ ਕਾਮਨਾ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਬਹੁਤ ਚੰਗਾ ਲੱਗਿਆ ਜੀ ਬਹੁਤ-ਬਹੁਤ ਤੁਹਾਡੇ ਨਾਲ ਸ਼ੁਕਰੀਆ। ਗੱਲਬਾਤ ਕਰਕੇ। ਤੇ ਫਿਲਹਾਲ ਦੇ ਲਈ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ। ਹਾਂਜੀ। ਜਾਣਦਾ ਹੋ ਗਿਆ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਦੀ ਹਾਜ਼ਰ ਹੈ ਜੱਜ ਦਾ ਵਿਚਾਰ।